Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਦਾ ਆਪਣਾ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਇਮੀਗ੍ਰੇਸ਼ਨ ਬਾਰੇ। ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਹਰ ਹਫਤੇ ਆਪਾਂ ਇਹ ਪ੍ਰੋਗਰਾਮ ਕਰਦੇ ਹਾਂ ਤੇ ਜੋ ਨਵੀਆਂ ਇਮੀਗ੍ਰੇਸ਼ਨ ਦੇ ਵਿੱਚ ਅਪਡੇਟਸ ਹੁੰਦੀਆਂ ਉਹ ਦਿੰਦੇ ਆ। ਉਹਦੇ ਨਾਲ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਸ ਵੀਕ ਦੀਆਂ ਜਿਹੜੀਆਂ ਅਪਡੇਟਸ ਨੇ ਇੰਪੋਰਟੈਂਟ ਉਹ ਇਹ ਨੇ ਕਿ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਆ ਇਹਨੇ ਜਿਹੜਾ ਰਿਫਿਊਜੀ ਐਡਮਿਸ਼ਨਸ ਦਾ ਕੈਪ ਆ ਉਹ ਵਧਾ ਕੇ 62,500 ਕਰਤਾ। 2019 ਦੇ ਵਿੱਚ 30,000 ਸੀ ਜਿਹਨੂੰ ਕਿ ਟਰੰਪ ਨੇ ਘਟਾਇਆ ਸੀ, ਤੇ ਹੁਣ ਇਹਨਾਂ ਨੇ ਵਧਾ ਕੇ 62,500 ਕਰਤਾ। ਤੇ ਇਹ ਜਿਹੜਾ ਕੈਪ ਹੈ ਇਹ ਵਧਣ ਦੇ ਨਾਲ ਕਾਫੀ ਜਿਹੜਾ ਹੈਗਾ ਉਹ ਫਾਇਦਾ ਹੋਏਗਾ। ਪਰ ਇਹ ਜਿਹੜੀਆਂ ਰਿਫਿਊਜੀ ਐਡਮਿਸ਼ਨਸ ਨੇ ਉਹ ਨਹੀਂ ਹੈਗੇ ਜਿਹੜੇ ਬੰਦੇ ਇੱਥੇ ਬਾਰਡਰ 'ਤੇ ਆਉਂਦੇ ਆ। ਇਹ ਉਹ ਨੇ ਜਿਨ੍ਹਾਂ ਨੂੰ ਕਿ ਜਿਹੜੀ ਅਮਰੀਕਨ ਸਰਕਾਰ ਹੈ ਜਾਂ ਅਮਰੀਕਨ ਜਿਹੜੀ ਅੰਬੈਸੀਜ਼ ਨੇ ਉਹ ਡੈਜ਼ਿਗਨੇਟ ਕਰਦੀਆਂ ਨੇ ਕਿ ਇਹਨਾਂ ਕੰਟਰੀਆਂ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਹੈਗੀ ਆ ਤੇ ਉਹ ਰਿਫਿਊਜੀ ਨੇ। ਇਹਦੇ ਵਿੱਚ ਬੇਸਿਕਲੀ 3 ਜਿਹੜੀਆਂ ਹੈਗੀਆਂ ਉਹ ਕੈਟਾਗਰੀਜ਼ ਦੇ ਇੰਡੀਵਿਜੂਅਲ ਹੁੰਦੇ ਆ। ਪਹਿਲੇ ਉਹ individuals with compelling persecution needs or those for whom no other durable solution exists। ਤੇ ਉਹ ਬੰਦੇ ਜਿਨ੍ਹਾਂ ਦੇ ਕਿ ਜਿਹੜੀਆਂ ਕੰਟਰੀਆਂ ਦੇ ਵਿੱਚ ਕੋਈ ਸਿਵਲ ਵਾਰ ਹੈ, ਕੋਈ ਜਿਹੜੀ ਹੈਗੀ ਆ ਜੈਨੋਸਾਈਡ ਹੋ ਰਿਹਾ, ਕਤਲੇਆਮ ਹੋ ਰਿਹਾ, ਤੇ ਜਿਹੜੀ US ਅੰਬੈਸੀ ਆ ਜਾਂ ਜਿਹੜੇ ਸਟੇਟ ਡਿਪਾਰਟਮੈਂਟ ਆ ਉਹ ਡੈਜ਼ਿਗਨੇਟ ਕਰਦਾ। ਦੂਜੇ ਉਹ ਨੇ ਜਿਹੜੇ ਕਿ ਗਰੁੱਪਸ ਆਫ ਸਪੈਸ਼ਲ ਕੰਸਰਨ ਟੂ ਦ US, ਇਹਨਾਂ ਨੂੰ ਵੀ ਸਟੇਟ ਡਿਪਾਰਟਮੈਂਟ USCIS ਤੇ ਸਰਟਨ NGO ਜਿਹੜੇ ਸਿਲੈਕਟ ਕਰਦੇ ਨੇ। ਖਾਸ ਕਰਕੇ ਇਹ ਇਹੋ ਜਿਹੇ ਗਰੁੱਪ ਨੇ ਜਿਨ੍ਹਾਂ ਦੇ ਕਿ ਉਹ ਬੰਦਿਆਂ ਦੇ ਜਿਹੜੇ ਕਿ ਸੋਵੀਅਤ ਯੂਨੀਅਨ ਜਾਂ ਬਰਮਾ ਜਾਂ ਇਰਾਕ, ਜਿਹੜਾ ਕਿ ਪਹਿਲਾਂ ਸੋਵੀਅਤ ਯੂਨੀਅਨ ਸੀ ਹੁਣ ਰਸ਼ੀਆ, ਤੇ ਬਰਮਾ ਜਾਂ ਇਰਾਕ ਵਰਗੇ ਜਿਹੜੇ ਮੁਲਕ ਆ ਉਹਨਾਂ ਵਿੱਚ ਹੁੰਦੇ ਆ। ਤੀਸਰੇ ਜਿਹੜੀ ਪ੍ਰਾਇਓਰਟੀ 3 ਆ ਉਹ ਹੈਗੇ ਨੇ ਰਿਲੇਟਿਵਸ, ਪੇਰੈਂਟਸ, ਸਪਾਊਸਿਸ, ਅਨਮੈਰਿਡ ਚਿਲਡਰਨ ਅੰਡਰ 21 ਆਫ ਰੈਫਿਊਜੀਜ਼ ਹੂ ਆਰ ਆਲਰੇਡੀ ਸੈਟਲਡ ਇਨ ਦ ਯੂਨਾਈਟਿਡ ਸਟੇਟਸ। ਜਿਹੜੇ ਰਿਫਿਊਜੀ ਇੱਥੇ ਆਲਰੇਡੀ ਸੈਟਲਡ ਨੇ ਉਹਨਾਂ ਦੇ ਜਿਹੜੇ ਬੱਚੇ ਨੇ। ਸੋ ਇਹਨਾਂ ਨੂੰ ਬੇਸਿਕਲੀ ਜਿਹੜੀਆਂ ਅੰਬੈਸੀਆਂ ਨੇ, ਅਮਰੀਕਨ ਅੰਬੈਸੀਆਂ ਜਾਂ ਸਟੇਟ ਡਿਪਾਰਟਮੈਂਟ ਉਹੀ ਡੈਜ਼ਿਗਨੇਟ ਕਰਦਾ ਤੇ ਉਹਦੇ ਰਾਹੀਂ ਇੱਥੇ ਆਉਣ ਦੀ ਪਰਮਿਸ਼ਨ ਮਿਲਦੀ ਆ। ਤੇ ਇਹਨਾਂ ਦਾ ਜਿਹੜਾ ਹੈਗਾ ਉਹ ਕੋਟਾ ਪਹਿਲਾਂ ਘੱਟ ਸੀ, ਉਹ ਵਧਾ ਕੇ ਹੁਣ 62,500 ਕਰਤਾ। ਸੋ ਚੰਗੀ ਖਬਰ ਆ ਉਹਨਾਂ ਵਾਸਤੇ, ਬੜੀ ਖੁਸ਼ੀ ਦੀ ਗੱਲ ਆ। ਅਗਲੀ ਜਿਹੜੀ ਖਬਰ ਹੈਗੀ ਆ ਉਹ ਹੈਗੀ ਆ ਕਿ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਕਿ ਜਿਹੜੀ ਫਿੰਗਰਪ੍ਰਿੰਟ ਦੀ ਰਿਕੁਆਇਰਮੈਂਟ ਸੀਗੀ, ਪਿਛਲੀ ਸਰਕਾਰ ਨੇ ਬੜੀ ਸਖਤੀ ਕੀਤੀ ਸੀ, ਉਹ ਰਿਕੁਆਇਰਮੈਂਟ ਨੂੰ ਉਹਨਾਂ ਨੇ ਹੁਣ ਰੋਕ ਦਿੱਤਾ। ਤੁਹਾਨੂੰ ਯਾਦ ਹੋਊਗਾ ਕਿ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਬਹੁਤ ਜ਼ਿਆਦਾ ਜਿਹੜੀਆਂ ਹੈਗੀਆਂ ਉਹ ਇਮੀਗ੍ਰੇਸ਼ਨ ਦੀ ਫੀਲਡ ਦੇ ਵਿੱਚ ਸਖਤੀਆਂ ਕੀਤੀਆਂ, ਬੜੀਆਂ ਜਿਹੜੀਆਂ ਅਸੀਂ ਰਿਸਟ੍ਰਿਕਸ਼ਨਸ ਲਾਈਆਂ, ਜਿਨ੍ਹਾਂ ਨੂੰ ਇੱਕ ਇੱਕ ਕਰਕੇ ਹੁਣ ਰਿਵਰਸ ਕਰ ਰਹੇ ਨੇ। ਤੇ ਪਿੱਛੇ ਜਿਹੜਾ ਸੀ ਪਬਲਿਕ ਚਾਰਜ ਵਾਲਾ ਰੂਲ ਉਹ ਵੀ ਇਹਨਾਂ ਨੇ ਰਿਵਰਸ ਕੀਤਾ। ਜਿਹੜਾ ਫਾਰਮ ਸੀ 944 ਉਹ ਡਿਸਕੰਟੀਨਿਊ ਕੀਤਾ। ਤੇ ਉਹੀ ਜਿਹੜਾ ਓਬਾਮੇ ਵੇਲੇ ਹੁਣ ਰੂਲ ਸੀ ਉਹ ਚੱਲ ਰਿਹਾ ਪਬਲਿਕ ਚਾਰਜ ਦਾ, ਜਿਹਦੇ ਵਿੱਚ ਕਿ 125% ਤੋਂ ਉੱਪਰ ਇਨਕਮ ਹੋਣੀ ਚਾਹੀਦੀ ਹੈ ਉਸ ਬੰਦੇ ਦੀ ਜਿਹਨੇ ਇੱਥੋਂ ਕਿਸੇ ਨੂੰ ਬੁਲਾਉਣਾ। ਲੇਕਿਨ ਜਿਹੜੀਆਂ ਹੋਰ ਰਿਸਟ੍ਰਿਕਸ਼ਨਸ ਲਾਈਆਂ ਸੀ ਪਿਛਲੀ ਸਰਕਾਰ ਨੇ, ਜਿਵੇਂ ਕਿ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਹੈਗੀਆਂ ਕ੍ਰੈਡਿਟ ਰਿਪੋਰਟਾਂ ਦੇਖਾਂਗੇ, ਉਹਨਾਂ ਦੀ ਕ੍ਰੈਡਿਟ ਹਿਸਟਰੀ ਚੈੱਕ ਕਰਾਂਗੇ, ਉਹਦੇ ਨਾਲ ਜਿਹੜਾ ਜੇ ਕਿਸੇ ਨੇ ਕੋਈ ਮੈਡੀਕਲ ਲਿਆ ਜਾਂ ਵੈਲਫੇਅਰ ਲਿਆ ਜਾਂ ਕਿਸੇ ਨੇ ਕੋਈ ਅਨਇੰਪਲੋਇਮੈਂਟ ਲਈ ਆ ਉਹ ਵੀ ਆਏਗਾ। ਉਹ 'ਚੋਂ ਇਹਨਾਂ ਨੇ ਕਾਫੀ ਜਿਹੜੀ ਹੈਗੀ ਢਿੱਲ ਦਿੱਤੀ ਆ। ਇਸੇ ਤਰ੍ਹਾਂ ਹੀ ਹੁਣ ਆ ਜਿਹੜੀ ਪਿਛਲੀ ਸਰਕਾਰ ਨੇ ਕਿਹਾ ਸੀਗਾ ਕਿ ਫਿੰਗਰਪ੍ਰਿੰਟ ਹਰੇਕ ਦੇ ਹੋਣਗੇ, ਜਿਹੜੇ ਈਵਨ ਬੱਚੇ 14 ਤੋਂ ਅੰਡਰ ਨੇ, ਜਿਨ੍ਹਾਂ ਦੀ ਉਮਰ ਜਿਹੜੀ ਆ ਭਾਵੇਂ 2 ਸਾਲ ਆ, 3 ਸਾਲ ਆ, 5 ਸਾਲ ਆ, ਉਹਨਾਂ ਦੇ ਫਿੰਗਰਪ੍ਰਿੰਟ ਵੀ ਹੋਣਗੇ, ਜੋ ਕਿ ਪਹਿਲਾਂ ਕਦੇ ਹੁੰਦੇ ਨਹੀਂ ਸੀ। ਤੇ ਇਹਦੇ ਨਾਲ ਇਹ ਕਿਹਾ ਸੀ ਵੀ ਜਿਹੜੇ ਟੈਂਪਰਰੀ ਇੱਥੇ ਵਰਕਰ ਆਉਂਦੇ ਨੇ ਜਿਵੇਂ H1B ਤੇ L1 ਤੇ ਉਹਨਾਂ ਦੇ ਫਿੰਗਰਪ੍ਰਿੰਟ ਵੀ ਹੋਣਗੇ। ਪਰ ਇਹ ਸਰਕਾਰ ਨੇ ਉਹਦਾ ਫੈਸਲਾ ਰਿਵਰਸ ਕਰਤਾ ਤੇ ਇਹਨਾਂ ਨੇ ਕਿਹਾ ਵੀ ਜਿਹੜੇ ਫਿੰਗਰਪ੍ਰਿੰਟ ਹੈਗੇ ਆ ਉਹ ਖਾਸ ਕਰਕੇ ਜਿਹੜੇ H1B ਤੇ L1 ਜਿਹੜੇ ਵੀਜ਼ਾ ਹੋਲਡਰਸ ਨੇ, ਉਹਨਾਂ ਜਿਹੜੇ ਸਪਾਊਸਿਸ ਨੇ, ਹਸਬੈਂਡ ਵਾਈਫ ਨੇ, ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਹੋਣਗੇ। ਤੇ ਨਾਲੇ ਜਿਹੜੇ ਬੰਦਿਆਂ ਦੀ ਜਿਹੜੀ ਉਮਰ ਬੱਚਿਆਂ ਦੀ 14 ਤੋਂ ਘੱਟ ਆ ਉਹਦੇ ਨਹੀਂ ਹੋਣਗੇ। ਸੋ ਹੁਣ ਜਿਹੜੀ ਹੈਗੀ ਆ ਉਹ ਫਿੰਗਰਪ੍ਰਿੰਟਿੰਗ ਜਿਹੜਾ ਮੇਨ ਐਪਲੀਕੈਂਟ ਆ ਉਹਦੀ ਹੀ ਹੋਏਗੀ। ਤੇ ਇਹ ਇਸ ਕਰਕੇ ਇਹਨਾਂ ਨੇ ਕੀਤਾ ਵੀ ਇਹਦੇ ਨਾਲ ਬਹੁਤ ਜ਼ਿਆਦਾ ਬੈਕਲੌਗ ਵੱਧ ਗਿਆ ਸੀ, ਕਿਉਂਕਿ ਜਿਹੜੀ ਪਿਛਲੀ ਸੀਗੀ ਸਰਕਾਰ ਉਹਦੀ ਮਨਸ਼ਾ ਸੀ ਵੀ ਘੱਟ ਬੰਦੇ ਆਉਣ, ਡਿਲੇ ਹੋਵੇ। ਤੋ ਇਹ ਸਰਕਾਰ ਜਿਹੜੀ ਆ ਡਿਲੇ ਨਹੀਂ ਕਰਨਾ ਚਾਹੁੰਦੀ। ਇਹਨੇ ਕਿਹਾ ਵੀ ਜਿਹੜਾ ਪਿਛਲਾ ਬੈਕਲੌਗ ਨੂੰ ਕੱਢਣ ਵਾਸਤੇ ਇਹ ਕੰਮ ਕੀਤਾ ਗਿਆ। ਤੇ ਹੁਣ ਇਹਨਾਂ ਨੇ ਮਤਲਬ ਬੇਸਿਕਲੀ ਇਹ ਕਿਹਾ ਕਿ ਜਿਹੜੀ ਫਿੰਗਰਪ੍ਰਿੰਟਿੰਗ ਆ ਉਹ ਜਿਹੜੇ ਖਾਸ ਕਰਕੇ H1B ਤੇ L1B ਦੇ ਜਿਹੜੇ ਸਪਾਊਸਿਸ ਨੇ, ਹਸਬੈਂਡ ਵਾਈਫ ਨੇ ਤੇ ਅੰਡਰ 14 ਨੇ, ਉਹਨਾਂ ਦੇ ਨਹੀਂ ਹੋਣਗੇ। ਤੇ ਦੂਜਾ ਜਿਹੜਾ ਹੈਗਾ ਉਹ ਇੰਪੋਰਟੈਂਟ ਖਬਰ ਇਹ ਆ ਕਿ ਜਿਹੜੇ USCIS ਨੇ ਇਹ ਕਿਹਾ ਸੀ ਪਿਛਲੇ ਸਾਲ ਕਿ ਅਸੀਂ DNA ਟੈਸਟ ਕਰਾਂਗੇ। ਹੁਣ DNA ਜਿਹੜੀ ਟੈਸਟਿੰਗ ਆ ਇਹ ਵੀ ਇਸ ਕਰਕੇ ਪਿਛਲੀ ਸਰਕਾਰ ਨੇ ਕੀਤੀ ਸੀ ਕਿ ਇੱਥੇ ਬੰਦਿਆਂ ਨੂੰ ਰੋਕਣ ਲਈ
ਤੇ ਇਹਨੂੰ ਜਿਹੜਾ ਹੈਗਾ ਉਹ ਤਾਂ ਕਿ ਜਿਹੜੀ ਹੈਗੀ ਇਮੀਗ੍ਰੇਸ਼ਨ ਉਹ 'ਤੇ ਹੋਰ ਰਿਸਟ੍ਰਿਕਸ਼ਨਸ ਲੱਗਣ ਤੇ ਘੱਟ ਬੰਦੇ ਆਉਣ। ਤੇ ਇਹਦੇ ਬਾਬਤ ਉਹਨਾਂ ਨੇ ਇਹ ਕੀਤਾ ਸੀਗਾ ਕਿ ਜਿਹੜੇ ਫੈਮਿਲੀ ਇਮੀਗ੍ਰੇਸ਼ਨ ਦੇ ਬੰਦੇ ਨੇ, ਜਿਵੇਂ ਕਿ ਕਿਸੇ ਨੇ ਆਪਣੇ ਭਰਾ ਭੈਣ ਦਾ F4 ਕੈਟੇਗਰੀ 'ਚ ਕੀਤਾ ਜਾਂ F3 ਕੈਟੇਗਰੀ 'ਚ ਅਸੀਂ ਕਰਦੇ ਹਾਂ, ਉਹਨਾਂ 'ਤੇ ਜਿਹੜੀਆਂ ਜੋ ਵੀ ਰਿਸਟ੍ਰਿਕਸ਼ਨਸ ਨੇ ਉਹਦੇ ਅੰਡਰ ਲਾਈਆਂ ਤੇ ਇਹ ਕਿਹਾ ਵੀ DNA ਕਰਾਓ। ਕਿਉਂਕਿ ਆਮ ਤੌਰ 'ਤੇ ਜਦੋਂ ਆਪਾਂ ਜਿਹੜੀ ਪ੍ਰਾਇਮਰੀ ਐਵੀਡੈਂਸ ਭੇਜਦੇ ਹਾਂ, ਜਿਵੇਂ ਫਰਜ਼ ਕਰੋ ਉਹ ਮੰਗਦੇ ਆ ਬਰਥ ਸਰਟੀਫਿਕੇਟ ਭੇਜੋ ਜਾਂ ਮੈਰਿਜ ਸਰਟੀਫਿਕੇਟ ਭੇਜੋ ਜਾਂ ਇਹ ਚੀਜ਼ਾਂ, ਤੇ ਉਹ ਸਫੀਸ਼ੀਐਂਟ ਹੁੰਦੀਆਂ। ਜੇ ਕਿਸੇ ਕੇਸ ਦੇ ਵਿੱਚ ਉਹਨਾਂ ਨੂੰ ਸ਼ੱਕ ਹੋਵੇ ਤਾਂ DNA ਕਰ ਸਕਦੇ। ਪਰ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਕਿਹਾ ਵੀ ਹਰੇਕ ਕੇਸ 'ਚ ਹੀ ਕਰੋ, ਤੇ ਉਹਦੇ ਨਾਲ ਉਹਨਾਂ ਨੇ ਕਾਫੀ ਕੇਸ ਜਿਹੜੇ ਖਾਸ ਕਰਕੇ ਭਰਾ ਭੈਣ ਦੇ US ਸਿਟੀਜ਼ਨ ਨੇ F4 ਕੈਟੇਗਰੀ 'ਚ ਕੀਤੇ ਜਾਂ F3 'ਚ ਕੀਤੇ, ਜਿਹੜੇ ਹੈਗੇ ਆ ਆਪਣੇ ਸਿਟੀਜ਼ਨ ਨੇ ਮੈਰਿਡ ਬੱਚਿਆਂ ਦੇ, ਉਹ ਡਿਨਾਈ ਕੀਤੇ ਗਏ ਇਸ ਜਿਹੜੀ ਬਿਨਾਹ 'ਤੇ ਕਿ ਤੁਹਾਡੇ ਜਿਹੜੇ ਡਾਕੂਮੈਂਟਸ ਨੇ ਉਹ ਤੁਸੀਂ ਜਿਹੜੇ ਬਰਥ ਸਰਟੀਫਿਕੇਟ ਜਾਂ ਮੈਰਿਜ ਸਰਟੀਫਿਕੇਟ ਨੇ ਇਹ ਬਾਅਦ 'ਚ ਰਜਿਸਟਰ ਹੋਏ ਆ ਤੇ DNA ਕਰਾਓ। ਹੁਣ DNA ਅੱਜ ਕੱਲ੍ਹ ਜਿਹੜੀ ਹੁਣ ਇਹ ਲਾ ਦੇ 'ਚ ਹੁੰਦਾ ਨਹੀਂ ਇੰਨਾ ਸੌਖਾ, ਤੇ ਉਹ ਡਿਨਾਈ ਹੋ ਜਾਂਦੇ ਸੀ। ਇਹਨੂੰ ਇਹ ਸਰਕਾਰ ਨੇ ਇਹ ਫੈਸਲਾ ਰਿਵਰਸ ਕੀਤਾ ਤੇ ਇਹ ਕਿਹਾ ਵੀ DNA ਉੱਥੇ ਹੀ ਹੋਏਗਾ ਜਿੱਥੇ ਕਿ ਕੋਈ ਉਹਨਾਂ ਨੂੰ ਇਹ ਡਾਊਟ ਆ ਵੀ ਕੇਸ ਜਿਹੜਾ ਹੈਗਾ ਉਹ ਗਲਤ ਆ, ਇਹ 'ਚ ਕੋਈ ਰਿਲੇਸ਼ਨਸ਼ਿਪ ਨਹੀਂ ਬਣਦੀ ਜਾਂ ਕਿਸੇ ਨੇ ਕੋਈ ਝੂਠਾ ਕੇਸ ਕੀਤਾ। ਪਰ ਆਮ ਕੇਸਾਂ ਦੇ ਵਿੱਚ ਜਿੱਥੇ ਕਿ ਜਿਹੜੀ ਮੇਨ ਪ੍ਰਾਇਮਰੀ ਜਾਂ ਸੈਕੰਡਰੀ ਐਵੀਡੈਂਸ ਜਿਹੜੀ ਹੈਗੀ ਸਫੀਸ਼ੀਐਂਟ ਆ, ਉੱਥੇ DNA ਨਹੀਂ ਹੋਏਗਾ। ਇਹਦੇ ਨਾਲ ਵੀ ਬਹੁਤ ਫਾਇਦਾ ਹੋਏਗਾ, ਕਿਉਂਕਿ ਨਹੀਂ ਇਹਦੇ ਨਾਲ ਕਾਫੀ ਜ਼ਿਆਦਾ ਡਿਲੇ ਸੀ ਤੇ ਹਰੇਕ ਕੇਸ 'ਚ DNA ਮੰਗਣ ਨਾਲ ਤਾਂ ਬਹੁਤ ਜ਼ਿਆਦਾ ਡਿਲੇ ਹੋਣੀ ਸੀ। ਸੋ ਇਹ ਵੀ ਇੱਕ ਵਧੀਆ ਜਿਹੜੀ ਹੈਗੀ ਆ ਉਹ ਆਪਾਂ ਕਹਿ ਸਕਦੇ ਹਾਂ ਵੀ ਇਹ ਸਰਕਾਰ ਦੀ ਜਿਹੜੀ ਹੈਗੀ ਆ ਉਹ ਪਾਲਿਸੀ ਆ। ਤੇ ਇਹਦੇ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਜਿਵੇਂ ਕਿ ਹੁਣ ਜਿਹੜੀਆਂ ਸਟੇਟਸ ਖੁੱਲ੍ਹ ਰਹੀਆਂ ਨੇ, ਜਿਵੇਂ ਨਿਊਯਾਰਕ ਸਟੇਟ ਨੇ ਕਿਹਾ ਵੀ ਅਸੀਂ ਜੁਲਾਈ 1 ਤੋਂ ਖੋਲਾਂਗੇ, ਤੇ ਬਾਕੀ ਸਟੇਟਾਂ ਨੇ ਵੀ ਉਹਦੇ ਨਾਲ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਦੀਆਂ ਹੀਅਰਿੰਗਸ ਵਗੈਰਾ ਉਹ ਵੀ ਸੌਖੇ ਤਰੀਕੇ ਨਾਲ ਆਉਣਗੀਆਂ, ਜਲਦੀ ਆਉਣਗੀਆਂ। ਕਿਉਂਕਿ ਫਿਲਹਾਲ ਹੁਣ ਅਜੇ ਜਿਹੜੀਆਂ ਇਮੀਗ੍ਰੇਸ਼ਨ ਕੋਰਟਾਂ ਨੇ ਉਹ ਸਾਰੀਆਂ ਆਲਮੋਸਟ ਖੁੱਲ੍ਹੀਆਂ ਨੇ, ਸਿਰਫ ਜਿਹੜੀ ਨਿਊਯਾਰਕ ਵਾਲੀ ਬੰਦ ਆ। ਸੋ ਜਿਹੜੀ ਨਿਊਯਾਰਕ ਦੀਆਂ ਕੋਰਟਾਂ ਨੇ ਉਹ ਮਈ ਦੇ ਐਂਡ ਤੱਕ ਬੰਦ ਨੇ, ਲੇਕਿਨ ਜੇ ਹੁਣ ਜਿਹੜੀ ਹੈਗੀ ਸਿਟੀ ਓਪਨ ਹੁੰਦੀ 1 ਜੁਲਾਈ ਤੋਂ, ਤੇ ਉਹ ਖੁੱਲ੍ਹਣ ਦੀ ਉਮੀਦ ਵੀ ਵੱਧ ਗਈ ਆ। ਤੇ ਇਹਦੇ ਨਾਲ ਜਿਹੜੀ ਅਮਰੀਕਨ ਅੰਬੈਸੀ ਆ ਖਾਸ ਕਰਕੇ ਮੁੰਬਈ 'ਚ, ਉਹਨੇ ਜਿਹੜੀਆਂ ਸਾਰੀਆਂ ਡੇਟਾਂ ਨੇ ਉਹ April ਤੇ ਮਈ ਦੀਆਂ ਪੋਸਟਪੋਨ ਕੀਤੀਆਂ, ਹੋ ਸਕਦਾ ਜੂਨ ਦੀਆਂ ਵੀ ਕਰ ਦੇਣ। ਤੇ ਇਹ ਵੀ ਹੁਣ ਦੇਖਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਇੰਟਰਵਿਊਜ਼ ਵਗੈਰਾ ਉੱਥੇ ਸਕੈਜੂਲ ਹੁੰਦੀਆਂ ਨੇ ਕਿ ਕੀ ਹਾਲਾਤ ਬਣਦੇ ਆ। ਸੋ ਦੋਸਤੋ ਇਹ ਸੀਗੀਆਂ ਇੰਪੋਰਟੈਂਟ ਖਬਰਾਂ, ਤੇ ਹੁਣ ਸਮਾਂ ਹੋ ਗਿਆ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦਾ। ਤੇ ਜਿਹੜੇ ਤੁਹਾਡੇ ਕੁਝ ਸਵਾਲ ਬੜੇ ਇੰਪੋਰਟੈਂਟ ਨੇ ਉਹਨਾਂ ਦੇ ਮੈਂ ਜਿਹੜੇ ਹੈਗੇ ਜਵਾਬ ਦੇਣ ਲੱਗਿਆ। ਤੇ ਸਾਰਿਆਂ ਤੋਂ ਪਹਿਲਾਂ ਤਾਂ ਕਈ ਜਿਹੜੇ ਲੋਕ ਨੇ ਉਹ ਸ਼ੁਕਰੀਆ ਅਦਾ ਕਰ ਰਹੇ ਆ ਮੇਰਾ, ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਕ ਕਰਦੇ ਹੋ। ਇਹਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਤਾਂ ਕਿ ਹੋਰ ਲੋਕਾਂ ਨੂੰ ਵੀ ਫਾਇਦਾ ਹੋ ਸਕੇ। ਤੇ ਮੈਂ ਆਪਣੇ ਵੱਲੋਂ ਜਿੰਨੀ ਵੀ ਸੇਵਾ ਕਰ ਸਕਿਆ ਉਹ ਮੈਂ ਕਰਦਾ ਰਹਾਂਗਾ। ਹੁਣ ਜਿਹੜਾ ਪਹਿਲਾ ਸਵਾਲ ਹੈ ਉਹ ਹੈਗਾ ਕਿ ਸਰ ਜੀ ਮੈਂ ਗ੍ਰੀਨ ਕਾਰਡ ਹੋਲਡਰ ਦਾ ਸਪਾਊਸ ਹਾਂ, ਕੇਸ 2019 ਜਨਵਰੀ 'ਚ ਅਪਲਾਈ ਕੀਤਾ ਸੀ ਤੇ ਜੁਲਾਈ 2020 ਦੇ ਵਿੱਚ ਇਹਦੀ ਅਪਰੂਵਲ ਆ ਗਈ ਸੀਗੀ, ਤੇ ਇੰਟਰਵਿਊ ਵਗੈਰਾ ਕਦ ਤੱਕ ਆਏਗੀ। ਦੇਖੋ ਜਿਹੜੀ ਇਹ ਕੈਟਾਗਰੀ ਹੈ ਗ੍ਰੀਨ ਕਾਰਡ ਹੋਲਡਰ ਤੇ ਹਸਬੈਂਡ ਵਾਈਫ ਦੀ, ਇਹ ਤੇ ਤੁਹਾਨੂੰ ਪਤਾ ਹੀ ਅੱਗੇ ਬੈਨ ਲੱਗਿਆ ਸੀ ਤੇ ਉਹਦੇ ਕਰਕੇ ਫਿਰ ਇਹ ਡਿਲੇ ਸੀਗੀ, ਉਹ ਬੈਨ ਖੁੱਲ੍ਹ ਗਿਆ ਹੁਣ ਫਰਵਰੀ 'ਚ। ਪਰ ਅੰਬੈਸੀ ਵਗੈਰਾ 'ਚ ਜੇ ਇੰਟਰਵਿਊਜ਼ ਨਹੀਂ ਆ ਰਹੀਆਂ, ਪਰ ਜੇ ਤੁਸੀਂ ਫਰਜ਼ ਕਰੋ 2019 'ਚ ਅਪਲਾਈ ਕੀਤਾ ਤੇ ਉਸ ਤੋਂ ਬਾਅਦ ਤੁਹਾਡੀ 20 ਦੇ ਵਿੱਚ ਜਿਹੜੀ ਹੈਗੀ ਅਪਰੂਵਲ ਆ ਗਈ ਆ, ਤੇ ਤੁਹਾਡੀ ਇੰਟਰਵਿਊ ਆਉਣੀ ਚਾਹੀਦੀ ਆ। ਤੁਸੀਂ ਇਹਦੇ ਬਾਰੇ ਜੇ ਤੁਹਾਡਾ ਕੋਈ ਵਕੀਲ ਆ ਉਹ ਪਤਾ ਕਰੇ, ਜਾਂ ਤੁਸੀਂ ਆਪ, ਜਾਂ ਫਿਰ ਮੈਨੂੰ ਤੁਸੀਂ ਈਮੇਲ ਕਰ ਦਿਓ jpsinghattorney@gmail 'ਤੇ, ਜਾਂ ਫੋਨ ਕਰ ਲਓ 9179154142 ਤੇ ਇਹ 'ਤੇ ਆਪਾਂ ਪਤਾ ਕਰਦੇ ਹਾਂ। ਕਿਉਂਕਿ ਜੇ ਕੇਸ ਅਜੇ NVC 'ਚ ਨਹੀਂ ਗਿਆ, ਫਿਰ ਪਹਿਲਾਂ NVC ਜਾਏਗਾ। NVC ਵਾਲੇ ਜਿਹੜੇ ਸਿਵਲ ਡਾਕੂਮੈਂਟ ਮੰਗਦੇ ਆ, ਜਿਵੇਂ ਕਿ ਤੁਹਾਡੇ ਜਿਹੜੇ ਹੋ ਗਏ ਪਾਸਪੋਰਟ ਦੀਆਂ ਕਾਪੀਆਂ, ਮੈਰਿਜ ਸਰਟੀਫਿਕੇਟ ਦੀਆਂ, ਬਰਥ ਸਰਟੀਫਿਕੇਟ ਦੀਆਂ, ਉਸ ਤੋਂ ਇਲਾਵਾ ਤੁਹਾਡੀ ਪੁਲਿਸ ਕਲੀਅਰੈਂਸ ਰਿਪੋਰਟ, ਪਾਸਪੋਰਟ ਕਲੀਅਰੈਂਸ, ਫਿਰ ਐਫੀਡੇਵਿਟ ਆਫ ਸਪੋਰਟ ਜਿਹਨੇ ਦੇਣਾ ਉਹਦੇ ਟੈਕਸ ਦੇ ਪੇਪਰ, ਬੈਂਕ ਸਟੇਟਮੈਂਟਾਂ, ਤੇ ਉਹਦਾ ਜੌਬ ਲੈਟਰ ਵਗੈਰਾ। ਜੇ ਉਹਦੀ ਇਨਕਮ ਘੱਟ ਆ ਫਿਰ ਜੁਆਇੰਟ ਸਪਾਂਸਰ ਦੇ, ਇਹ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਉੱਥੇ ਜਾਂਦੀਆਂ NVC। ਫਿਰ ਜਿਹੜੀ NVC ਆ ਉਹ ਕੇਸ ਅੰਬੈਸੀ ਨੂੰ ਭੇਜਦੀ ਆ। ਸੋ ਇਹ ਦੇਖਣ ਵਾਲੀ ਗੱਲ ਆ ਕਿ ਤੁਹਾਡਾ ਕੇਸ ਅਜੇ NVC ਕੋਲ ਆ ਕਿ ਅੰਬੈਸੀ 'ਚ ਗਿਆ। ਉਹ ਜਿਵੇਂ ਵੀ ਹੋਇਆ ਉੱਥੇ ਪੈਰਵੀ ਹੋ ਜੂਗੀ। ਤੁਸੀਂ ਮੈਨੂੰ jpsinghattorney@gmail 'ਤੇ ਆਪਣੀ ਈਮੇਲ ਕਰਕੇ ਸਾਰੇ ਭੇਜ ਦਿਓ। ਇਸ ਤੋਂ ਇਲਾਵਾ ਜੀ ਇੱਕ ਹੋਰ ਸਵਾਲ ਹੈ, ਉਹਨਾਂ ਨੇ ਕਿਹਾ ਕਿ ਇੰਡੀਅਨ ਫੈਮਿਲੀ ਜਿਹੜੀ ਹੈ ਇੱਥੋਂ ਨੂੰ ਡਿਪੋਰਟ ਕਰਤਾ ਸੀ, ਤੇ ਜਿਹੜੀਆਂ ਹੈਗੀਆਂ ਫੈਮਲੀਜ਼ ਨੂੰ ਡਿਪੋਰਟ ਤਾਂ ਨਹੀਂ ਕਰ ਰਹੇ। ਦੇਖੋ ਇਸ ਤਰ੍ਹਾਂ ਆ ਕਿ ਜਿਹੜੀ ਮਤਲਬ ਪਿਛਲੀ ਸਰਕਾਰ ਦੀ ਨੀਤੀ ਸੀਗੀ ਵੀ ਜਿਹੜਾ ਵੀ ਆ ਗਿਆ ਉਹਨੂੰ ਡਿਪੋਰਟ ਕਰੋ, ਕਿਉਂਕਿ ਜ਼ੀਰੋ ਟੋਲਰੈਂਸ ਸੀ। ਲੇਕਿਨ ਇਹ ਜਿਹੜੀ ਸਰਕਾਰ ਆ ਇਹਦੀ ਜਿਹੜੀ ਨੀਤੀ ਆ ਉਹ ਇਹ ਹੈਗੀ ਆ ਕਿ ਜਿਹੜੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚਿਆਂ ਦੇ ਨਾਲ ਆਉਂਦੇ ਆ, ਜਾਂ ਕਹਿ ਲਓ 18 ਸਾਲ ਤੋਂ ਘੱਟ ਬੱਚਿਆਂ ਨਾਲ ਆਉਂਦੇ ਆ, ਉਹਨਾਂ ਨੂੰ ਇਹ ਡਿਪੋਰਟ ਨਹੀਂ ਕਰਦੇ।
ਉਹਨਾਂ ਨੂੰ ਜੇ ਕੋਈ ਬਾਹਰ ਗਰੰਟਰ ਸਪਾਂਸਰ ਹੈਗਾ ਉਹਦੇ ਕੋਲ 72 ਆਵਰ ਦੇ ਵਿੱਚ ਭੇਜ ਦਿੰਦੇ ਆ। ਪਰ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਉੱਥੋਂ ਆਉਣਾ ਸ਼ੁਰੂ ਕਰ ਦਿਓ। ਮੈਂ ਹਮੇਸ਼ਾ ਹਰ ਪ੍ਰੋਗਰਾਮ 'ਚ ਕਹਿੰਦਾ ਕਿ ਜਿਹੜਾ ਇਹ ਤਰੀਕਾ ਗਲਤ ਤਰੀਕੇ ਨਾਲ ਅਮਰੀਕਾ ਨਹੀਂ ਹੋਣਾ ਚਾਹੀਦਾ। ਜਿਹੜੇ ਤੁਸੀਂ ਉੱਥੇ ਮੈਕਸੀਕੋ ਵਾਲਾ ਬਾਰਡਰ ਕ੍ਰੋਸ ਕਰਕੇ ਆਉਂਦੇ ਹੋ, ਇਹ 'ਚ ਬੜਾ ਖਤਰਾ। ਇਹਦੇ ਵਿੱਚ ਜਿਹੜੇ ਬੰਦੇ ਲਿਆਉਂਦੇ ਆ ਪਹਿਲਾਂ ਤਾਂ ਉਹਨਾਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ, ਇਸ ਕਰਕੇ ਥੋੜੀ ਜਾਨ ਨੂੰ ਵੀ ਖਤਰਾ। ਤੇ ਉੱਥੇ ਇਸ ਤਰੀਕੇ ਨਾਲ ਨਾ ਆਓ, ਸਹੀ ਤਰੀਕੇ ਨਾਲ ਇਮੀਗ੍ਰੇਸ਼ਨ ਜਿਹੜੀ ਹੈਗੀ ਉਹਦੇ ਰਾਹੀਂ ਜਿਹੜਾ ਪ੍ਰੋਪਰ ਸਹੀ ਤਰੀਕੇ ਨਾਲ ਅਮਰੀਕਾ ਆਓ, ਇਸ ਤਰੀਕੇ ਨਾਲ ਤੁਸੀਂ ਨਾ ਆਓ। ਤੇ ਪਰ ਇਹ ਆ ਵੀ ਇਹ ਜਿਹੜੀ ਸਰਕਾਰ ਇਹਨੇ ਹੁਣ ਨੀਤੀ ਇਹ ਬਣਾਈ ਹੋਈ ਆ ਵੀ ਜਿਹੜੇ ਬੱਚੇ ਆਉਂਦੇ ਆ ਜਾਂ ਬੱਚੇ ਮਾਂ-ਬਾਪ ਨਾਲ ਆਉਂਦੇ ਆ ਉਹਨਾਂ ਨੂੰ ਇਹ ਛੱਡ ਰਹੇ, ਪਰ ਜਿਹੜੇ 18 ਸਾਲ ਤੋਂ ਉੱਪਰ ਉਮਰ ਦੇ ਆ ਰਹੇ ਅਡਲਟ ਆ ਰਹੇ ਆ ਉਹਨਾਂ ਨੂੰ ਅਜੇ ਵੀ ਉਹ ਕ੍ਰੈਡੀਬਲ ਫੀਅਰ 'ਚੋਂ ਲੰਘਣਾ ਪੈਂਦਾ। ਉਸ ਤੋਂ ਬਾਅਦ ਬੌਂਡ 'ਤੇ ਜਾਂਦਾ, ਉਹਨਾਂ ਦੀ ਮਰਜ਼ੀ ਆ ਉਹ ਕਰਨ ਜਾਂ ਨਾ ਕਰਨ, ਤੇ ਉਹ ਸਾਰੇ ਕੇਸਾਂ ਦੇ ਵਿੱਚ ਉਹਨਾਂ ਨੂੰ ਉਹ ਨਹੀਂ ਰਿਲੀਜ਼ ਕਰ ਰਹੇ। ਸੋ ਇਸ ਕਰਕੇ ਇਹਦਾ ਜਿਹੜਾ ਹੈਗਾ ਉਹ ਮਤਲਬ ਇਹ ਜਿਹੜੀ ਉਹਨਾਂ ਦੀ ਹੁਣ ਪਾਲਿਸੀ ਆ। ਇਸ ਤੋਂ ਇਲਾਵਾ ਅਗਲਾ ਸਵਾਲ ਹੈ ਕਿ ਸਰ ਸਾਡਾ ਕੇਸ ਮੇਰੀ ਮਦਰ ਨੇ ਸਿਟੀਜ਼ਨ ਹੋ ਕੇ 2009 'ਚ ਲਾਇਆ ਸੀ, 10 ਦੇ ਵਿੱਚ ਅਪਰੂਵ ਹੋ ਗਿਆ, ਤੇ F3 ਨੂੰ ਕਿੰਨਾ ਟਾਈਮ ਲੱਗੂਗਾ? ਜਿਹੜਾ ਵੀਜ਼ਾ ਬੁਲੇਟਿਨ ਆ ਉਹਦੇ ਮੁਤਾਬਕ ਤੁਹਾਨੂੰ ਮੈਂ ਦੱਸਦਾ ਕਿ ਹੁਣ ਫਿਲਹਾਲ ਜਿਹੜਾ ਮਈ ਦਾ ਵੀਜ਼ਾ ਬੁਲੇਟਿਨ ਆ ਇਹਦੇ ਵਿੱਚ F3 ਕੈਟੇਗਰੀ 'ਚ 22 ਅਗਸਤ 2008 ਚੱਲ ਰਿਹਾ। ਤੇ ਜੇ ਤੁਹਾਡਾ ਕੇਸ ਜਿਹੜਾ ਹੈਗਾ 2009 ਦਾ ਆ ਤੇ ਤੁਸੀਂ ਦੇਖ ਲਓ ਵੀ ਇਹਨੂੰ ਕਿੰਨਾ ਟਾਈਮ ਲੱਗਣਾ। ਅਜੇ ਹੋਰ ਸਾਲ ਡੇਢ ਸਾਲ ਲੱਗ ਸਕਦਾ। ਸੋ 1 ਸਾਲ ਦੀ ਵੇਟ ਅਜੇ ਹੋਰ ਹੈਗੀ ਆ। ਤੇ ਇੱਕ ਹੋਰ ਸਵਾਲ ਹੈ ਜੀ ਅਗਲਾ ਉਹਨੂੰ ਕਿ F4 ਦੀ ਡੇਟ 2015 ਜਿਹੜੀ ਹੈਗੀ ਆ ਉਹ ਚੱਲ ਰਹੀ ਹੈ ਕਿ 2005 ਚੱਲ ਰਹੀ ਹੈ? ਦੇਖੋ ਜਿਹੜੀ F4 ਕੈਟੇਗਰੀ ਆ ਉਹਦੀ ਜਿਹੜੀ ਹੁਣ ਡੇਟ ਕਰੰਟ ਆ ਉਹ ਹੈਗੀ ਆ 15 ਅਪ੍ਰੈਲ 2005। ਅਪ੍ਰੈਲ 15 2005 ਚੱਲ ਰਹੀ ਆ ਤੇ ਇਹਦੇ ਕੇਸਾਂ ਦੀ ਪ੍ਰੋਸੈਸਿੰਗ ਹੋ ਰਹੀ ਆ ਫਿਲਹਾਲ। ਇਸ ਤੋਂ ਇਲਾਵਾ ਇੱਕ ਹੋਰ ਕੇਸ ਉਹਨਾਂ ਨੇ ਕਿਹਾ ਜੀ ਸਰ ਸਾਡੇ ਪੇਪਰ 2019 ਦੇ ਸਪਟੈਂਬਰ 'ਚ ਨਿਕਲੇ ਸੀ F4 ਕੈਟੇਗਰੀ ਦੇ, 2005 ਦੇ ਅਪ੍ਰੈਲ 'ਚ ਅਸੀਂ ਨਵੰਬਰ 'ਚ ਅਪਲਾਈ ਕੀਤਾ ਸੀ। ਤੇ ਉਸ ਤੋਂ ਇਲਾਵਾ ਹੋਰ ਕਿੰਨਾ ਟਾਈਮ ਲੱਗੇਗਾ? ਤੇ ਜਿਹੜੇ ਬੱਚਿਆਂ ਦੀ ਉਮਰ 25 ਸਾਲ ਤੋਂ ਉੱਤੇ ਹੋ ਗਈ ਆ ਤੇ CSPA ਦੇ ਅੰਡਰ ਆਵਾਂਗੇ ਕਿ ਨਹੀਂ? ਤੇ ਦੇਖੋ ਇਸ ਤਰ੍ਹਾਂ ਆ ਕਿ 2005 ਦੀ ਅਪ੍ਰੈਲ 'ਚ ਕੀਤਾ ਸੀ, ਇਹ ਤਾਂ ਹੁਣ ਅੱਜ ਕੱਲ੍ਹ ਇਹ ਕੈਟੇਗਰੀ ਹੀ ਚੱਲ ਰਹੀ ਹੈ ਕਰੰਟ ਆ। ਪਰ ਕਿਉਂਕਿ ਉੱਥੇ ਐਮਬੈਸੀ 2 ਮਹੀਨੇ ਲਈ ਬੰਦ ਹੈਗੀ ਇੰਟਰਵਿਊਜ਼ ਲਈ, ਇਸ ਕਰਕੇ ਇੰਟਰਵਿਊਜ਼ ਨਹੀਂ ਹੋ ਰਹੀਆਂ। ਪਰ ਜੇ ਤੁਹਾਡੀ ਉਮਰ ਜਿਹੜੀ ਆ ਉਹ 21 ਸਾਲ ਤੋਂ ਉੱਪਰ ਆ ਜਾਂ ਤੁਹਾਡੀ ਜਿਹੜੀ ਉਮਰ ਆ 25 ਜਾਂ 27 ਆ ਤਾਂ ਜੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ CSPA ਕਵਰ ਕਰਦਾ ਤਾਂ ਤੁਸੀਂ ਇਸ ਦੇ ਅੰਡਰ ਆ ਸਕਦੇ ਹੋ। ਜੇ CSPA ਕਵਰ ਨਹੀਂ ਕਰਦਾ ਫਿਰ ਤੁਸੀਂ ਨਹੀਂ ਆ ਸਕਦੇ। ਉਹਦੀ ਕੈਲਕੂਲੇਸ਼ਨ ਜਿਹੜੀ ਮੈਂ ਤੁਹਾਨੂੰ ਦੱਸ ਦਿੰਦਾ ਕੀ ਆ। ਉਹਦੀ ਕੈਲਕੂਲੇਸ਼ਨ ਇਹ ਆ ਕਿ ਜੇ ਤਾਂ ਕੋਈ US ਸਿਟੀਜ਼ਨ ਆਪਣੇ ਬੱਚੇ ਦਾ ਅਪਲਾਈ ਕਰਦਾ ਜੋ ਉਹਦਾ ਬਾਇਓਲੋਜੀਕਲ ਚਾਈਲਡ ਆ, ਤਾਂ ਜੇ ਬੱਚੇ ਦੀ ਉਮਰ 21 ਸਾਲ ਤੋਂ ਘੱਟ ਆ ਅਪਲਾਈ ਵੇਲੇ, ਜਿਵੇਂ 18 ਜਾਂ 17 19 ਆ, ਤਾਂ ਉਸ ਤੋਂ ਬਾਅਦ 21 ਤੋਂ ਉੱਪਰ ਹੋ ਜਾਵੇ ਤਾਂ ਉਹ 21 ਤੋਂ ਘੱਟ ਹੀ ਗਿਣਿਆ ਜਾਏਗਾ। ਜਿੰਨੀ ਦੇਰ ਉਹ ਅਨਮੈਰਿਡ ਆ, ਚਾਹੇ ਜਿੰਨੀ ਮਰਜ਼ੀ ਉਮਰ ਹੋਵੇ, ਭਾਵੇਂ 28 ਸਾਲ ਦਾ ਹੋ ਜਾਵੇ ਉਹ। ਪਰ ਜੇ ਉਹੀ ਸਿਟੀਜ਼ਨ ਆਪਣੇ ਭੈਣ ਭਰਾ ਲਈ ਕਰਦਾ F4 ਥੱਲੇ, ਤੇ ਉਹ ਜਿਹੜੇ ਭੈਣ ਭਰਾ ਦੇ ਬੱਚੇ ਨੇ, ਕਿਉਂਕਿ ਉਹਦੇ ਆਪਣੇ ਬੱਚੇ ਨਹੀਂ ਹੈਗੇ, ਉਹਦੇ ਭੈਣ ਤੇ ਭਰਾਵਾਂ ਦੇ ਬੱਚੇ ਆ, ਉਹਨਾਂ ਵਾਸਤੇ ਕੈਲਕੂਲੇਸ਼ਨ ਡਿਫਰੈਂਟ ਆ। ਉਹ ਕੈਲਕੂਲੇਸ਼ਨ ਇਹ ਹੈ ਜੀ ਕਿ ਜਦੋਂ ਤੁਸੀਂ ਅਪਲਾਈ ਕੀਤਾ ਉਹ ਡੇਟ ਦੇਖਣੀ ਹੈ, ਜਦੋਂ ਉਹਦੀ ਅਪਰੂਵਲ ਆ ਗਈ ਉਹ ਡੇਟ ਦੇਖਣੀ ਹੈ। ਹੁਣ ਜੇ 5 'ਚ ਅਪਲਾਈ ਕੀਤਾ ਅਪ੍ਰੈਲ 'ਚ, ਅਪਰੂਵਲ ਕਦੋਂ ਆਈ ਹੈ? 6 'ਚ ਆਈ ਹੈ, 7 'ਚ ਆਈ ਹੈ, 8 'ਚ ਆਈ ਹੈ ਕਿ 5 'ਚ ਹੀ ਆ ਗਈ ਸੀ? ਉਹ ਡੇਟ ਦੇਖਣੀ ਆ। ਫਿਰ ਜਦੋਂ ਡੇਟ ਕਰੰਟ ਹੈ ਪ੍ਰਾਇਓਰਟੀ ਦੀ ਉਹ ਦੇਖਣੀ, ਜਿਵੇਂ ਕਿ ਹੁਣ ਜਿਹੜੀ ਹੈਗੀ ਅਪ੍ਰੈਲ 15 2005 ਚੱਲ ਰਿਹਾ ਇਹ ਡੇਟ ਤੇ। ਸੋ ਇਸ ਡੇਟ ਦੇ ਉੱਤੇ ਜੇ ਉਹਦੀ ਉਮਰ ਜੋ ਵੀ ਆ ਬੱਚੇ ਦੀ, ਉਹਦੇ ਵਿੱਚੋਂ ਜਦੋਂ ਉਹਨੇ ਅਪਲਾਈ ਕੀਤਾ ਤੇ ਅਪਰੂਵ ਹੋਇਆ ਉਹ ਟਾਈਮ ਕੱਢਿਆ ਜਾਊਗਾ। ਜੇ ਕੱਢ ਕੇ 21 ਸਾਲ ਤੋਂ ਘੱਟ ਰਹਿ ਜਾਂਦਾ ਤਾਂ ਉਹ ਆ ਸਕਦਾ। ਸੋ ਇਹਦੀ ਕੈਲਕੂਲੇਸ਼ਨ ਹੈਗੀ ਆ ਤੇ ਇਹਦਾ ਆਪਾਂ ਹੁਣ ਜਿਹੜਾ ਉਹ ਹਿਸਾਬ ਨਾਲ ਦੇਖਣਾ ਪਏਗਾ ਕਿ ਤੁਸੀਂ ਆ ਸਕਦੇ ਹੋ ਕਿ ਨਹੀਂ ਇਹਦੇ 'ਚ। ਇਸ ਤੋਂ ਇਲਾਵਾ ਹੋਰ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ F4 ਕੈਟੇਗਰੀ 'ਚ ਅਸੀਂ ਅਪਲਾਈ ਕੀਤਾ ਸੀਗਾ ਤੇ ਸਾਡੀ ਜਿਹੜੀ ਮਤਲਬ ਬੱਚਾ ਕੋਈ ਫਾਰਮੇਸੀ ਕਰਨਾ ਚਾਹੁੰਦਾ ਤੇ ਅਮਰੀਕਾ ਦੇ ਵਿੱਚ ਕੀ ਸਕੋਪ ਆ? ਦੇਖੋ ਇਸ ਤਰ੍ਹਾਂ ਜੀ ਕਿ ਜਿਹੜੀ F4 ਕੈਟੇਗਰੀ ਆ ਉਹਦੇ ਵਿੱਚ ਤੁਸੀਂ ਅਪਲਾਈ ਕੀਤਾ ਤੇ ਤੁਹਾਨੂੰ ਤੁਸੀਂ ਜਿਹੜੇ ਇਹ ਵੀਜ਼ੇ ਹੁੰਦੇ ਨੇ ਜਿਵੇਂ ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ, ਹੋ ਸਕਦਾ ਨਾ ਮਿਲੇ, ਕਿਉਂਕਿ ਜਦੋਂ ਵੀ ਆਪਾਂ ਕਿਸੇ ਲਈ ਅਪਲਾਈ ਕਰਦੇ ਆ ਚਾਹੇ ਇਮੀਗ੍ਰੈਂਟ ਵੀਜ਼ੇ ਨੂੰ 15 ਸਾਲ ਹੀ ਲੱਗਦੇ ਹੋਣ, ਲੇਕਿਨ ਜਦੋਂ ਤੁਸੀਂ ਨੌਨ ਇਮੀਗ੍ਰੈਂਟ ਵੀਜ਼ਾ ਲੈਣਾ ਤਾਂ ਉਹਦੇ 'ਚ ਪ੍ਰੋਬਲਮ ਆ ਸਕਦੀ ਹੈ। ਸੋ ਇਸ ਕਰਕੇ ਉਹਦੇ ਵਿੱਚੋਂ ਰਿਫਿਊਜ਼ ਕਰ ਸਕਦੇ ਆ ਉਹ ਮਤਲਬ ਉਹਦੀ ਬੇਸ 'ਤੇ। ਤੇ ਇੱਕ ਹੋਰ ਆ ਸਵਾਲ, ਉਹ ਕਹਿੰਦੇ ਜੀ F3 ਵੀਜ਼ੇ ਦੇ ਵਿੱਚ ਮੈਡੀਕਲ ਚੈੱਕਅਪ ਜਿਹੜੇ ਉਹ ਕਿਹੜੇ ਹੁੰਦੇ ਆ? ਦੇਖੋ ਜਦੋਂ ਤੁਹਾਡੀ F3 ਦੀ ਉੱਥੇ ਵਾਰੀ ਆ ਗਈ ਇੰਟਰਵਿਊ ਦੀ, ਤੁਹਾਨੂੰ ਮੈਡੀਕਲ ਦਾ ਬਕਾਇਦਾ ਉਹ ਦੱਸਦੇ ਆ। ਮੈਡੀਕਲ ਜ਼ਿਆਦਾ ਜਿਹੜਾ ਹੁੰਦਾ ਬਿਮਾਰੀਆਂ ਬਾਰੇ ਹੁੰਦਾ
ਜਿਹਦੇ ਵਿੱਚ ਕਿ ਜਿਹੜੀਆਂ ਮਤਲਬ ਡਿਜ਼ੀਜ਼ਸ ਨੇ ਹਰੇਕ ਕਿਸਮ ਦੀਆਂ ਆਉਂਦੀਆਂ ਨੇ। ਹੁਣ ਜੇ ਕਿਸੇ ਦੇ ਕਿਡਨੀ 'ਚ ਪ੍ਰੋਬਲਮ ਆ ਉਹ ਵੀ ਆ ਜੂਗੀ, ਜੇ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਜਾਂ ਕਿਸੇ ਨੂੰ ਕੈਂਸਰ ਦੀ ਆ ਜਾਂ ਕਿਸੇ ਨੂੰ ਕੋਈ ਮੈਂਟਲ ਇਸ਼ੂ ਆ ਜਾਂ ਕਿਸੇ ਨੂੰ ਕੋਈ ਜਿਹੜੀ ਹੈਗੀ ਟਿਊਬਰਕਲੋਸਿਸ ਜੋ ਵੀ ਆ ਉਹਦੇ ਵਿੱਚ ਆਊਗਾ। ਤੇ ਜੇ ਬਿਮਾਰੀ ਸੀਰੀਅਸ ਆ ਤਾਂ ਉਹਦੇ ਵਾਸਤੇ ਫਿਰ ਵੇਵਰ ਲੈਣਾ ਪਏਗਾ। ਤੇ ਇਸ ਤੋਂ ਇਲਾਵਾ ਜੀ ਹੋਰ ਇੱਕ ਸਵਾਲ ਉਹਨਾਂ ਨੇ ਕਿਹਾ ਜੀ, ਸਰ ਸਾਡੇ ਫਾਦਰ ਨੇ ਮਦਰ ਸਿਟੀਜ਼ਨ ਨੇ ਤੇ ਉਹਨਾਂ ਦੀ ਜਿਹੜੀ ਉਮਰ ਕਾਫੀ ਜ਼ਿਆਦਾ ਹੈ ਤੇ ਉਹਨਾਂ ਤੋਂ ਕੰਮ ਨਹੀਂ ਹੁੰਦਾ ਤੇ ਸਾਡੇ ਪੇਪਰ ਜੇ ਛੇਤੀ ਨਾ ਆਏ ਤਾਂ ਮੇਰੀ ਸਿਸਟਰ ਨੇ 2006 ਅਗਸਤ 'ਚ ਅਪਲਾਈ ਕੀਤਾ ਸੀ, ਕਿੰਨਾ ਟਾਈਮ ਲੱਗੂ ਫਾਦਰ ਮਦਰ। ਦੇਖੋ ਇਸ ਤਰ੍ਹਾਂ ਆ ਕਿ ਜਿਹੜੀ ਫਾਦਰ ਮਦਰ ਦੀ ਕੈਟੇਗਰੀ ਉਹ ਤਾਂ F3 ਕੈਟੇਗਰੀ ਆ, ਉਹਦੇ 'ਚ ਹੁਣ ਚੱਲ ਰਿਹਾ 22 ਅਗਸਤ 2008 ਤੇ ਜਿਹੜੇ ਮਤਲਬ ਭਰਾ ਭੈਣ ਦੀ ਕੈਟੇਗਰੀ ਆ ਉਹ ਕੈਟੇਗਰੀ ਹੈਗੀ F4 ਕੈਟੇਗਰੀ ਤੇ ਉਹਦੇ ਚੱਲ ਰਿਹਾ 15 ਅਪ੍ਰੈਲ 2005। ਸੋ 3 ਸਾਲ ਦਾ ਫਰਕ ਹੈਗਾ। ਤੁਹਾਡਾ ਇਹ 2006 'ਚ ਅਪਲਾਈ ਕੀਤਾ ਸੀ, ਅਜੇ ਸਾਲ ਲੱਗੂਗਾ ਤੇ 1 ਸਾਲ ਦੇ ਵਿੱਚ ਵਾਰੀ ਆਏਗੀ। ਤੇ ਬਾਕੀ ਇਹ ਆ ਵੀ ਜੇ ਤੁਹਾਡੇ ਪੇਰੈਂਟਸ ਦਾ ਤੁਹਾਡੀ ਸਿਸਟਰ ਨੇ ਅਪਲਾਈ ਕੀਤਾ ਮਤਲਬ F4 ਕੈਟੇਗਰੀ ਦੇ ਵਿੱਚ ਤੇ ਇਹਦੇ ਵਿੱਚ ਸਾਲ ਲੱਗ ਜਾਣਾ ਹੋਰ। ਜੇ ਹੁਣ 5 'ਚ ਕੀਤਾ 6 'ਚ ਆ ਤੇ ਇਸ ਕਰਕੇ 1 ਸਾਲ ਤੋਂ ਬਾਅਦ ਵਾਰੀ ਆਉਣੀ ਚਾਹੀਦੀ ਆ। ਇਸ ਤੋਂ ਇਲਾਵਾ ਇੱਕ ਹੋਰ ਸਵਾਲ ਹੈ ਜੀ, ਸਰ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਕੀ ਰਿਸਟ੍ਰਿਕਸ਼ਨ ਲੱਗੇਗੀ? B1 B2 ਵੀਜ਼ਾ ਹੋਲਡਰ ਕੀ US ਆ ਸਕਦੇ ਨੇ? ਦੇਖੋ ਇਸ ਤਰ੍ਹਾਂ ਜਿਨ੍ਹਾਂ ਕੋਲ ਪਹਿਲਾਂ B1 B2 ਵੀਜ਼ਾ ਲੱਗਿਆ ਹੋਇਆ, ਜਿਨ੍ਹਾਂ ਨੂੰ ਕਿ ਇਹ ਵੀਜ਼ਾ ਮਿਲਿਆ ਹੋਇਆ ਉਹ ਹੁਣ ਨਹੀਂ ਆ ਸਕਦੇ ਕਿਉਂਕਿ ਬੈਨ ਲੱਗਿਆ ਹੋਇਆ ਉੱਤੇ। ਸੋ ਇਸ ਕਰਕੇ ਜਿੰਨੀ ਦੇਰ ਤੱਕ ਇਹ ਖੁੱਲ੍ਹਦਾ ਨਹੀਂ ਬੈਨ ਉਨੀ ਦੇਰ ਤੱਕ ਨਹੀਂ ਆ ਸਕਣਗੇ। ਤੇ ਜਿਹੜੇ ਹੁਣ ਨਵੇਂ ਵਿਜ਼ਟਰ ਵੀਜ਼ੇ ਆ ਉਹ ਵੀ ਨਹੀਂ ਅਜੇ ਮਿਲਦੇ ਤੇ ਜਦੋਂ ਵੀ ਇਹ ਜਿਹੜੀ ਸਰਕਾਰ ਬੈਨ ਖੋਲ੍ਹੇਗੀ ਉਸ ਤੋਂ ਬਾਅਦ ਤੁਸੀਂ ਆ ਸਕੋਗੇ, ਅਜੇ ਰਿਸਟ੍ਰਿਕਸ਼ਨ ਹੈਗੀ ਆ। ਤੇ ਇਸ ਤੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਉਹਨਾਂ ਨੇ ਕਿਹਾ ਕਿ ਦੱਸਣਾ ਕਿ ਮਾਈਨਰ ਬੱਚਾ USA ਤੋਂ ਓਵਰਸਟੇ ਹੋ ਕੇ ਇੰਡੀਆ 'ਚ ਗਿਆ, ਹੁਣ ਆਪਣੀ ਫੈਮਿਲੀ ਨਾਲ F4 ਤੇ ਜਾ ਸਕਦਾ ਕਿ ਨਹੀਂ? ਦੇਖੋ ਜੇ ਓਵਰਸਟੇ ਕਰਕੇ ਗਿਆ ਤਾਂ ਉਹ 'ਤੇ ਜਿਹੜੀ ਹੈਗੀ ਬਾਰ ਤੁਹਾਨੂੰ ਪਤਾ ਲੱਗਦੀ ਆ, ਮਤਲਬ 5 ਸਾਲ ਦੀ 10 ਸਾਲ ਦੀ। ਤੇ ਉਹ ਜੇ ਬਾਰ ਲੱਗੀ ਤੇ ਫਿਰ ਉਹ ਜਿਹੜਾ ਹੈਗਾ ਉਹਨੂੰ ਪ੍ਰੋਬਲਮ ਆਏਗੀ। ਪਰ ਜੇ ਉਹ ਵੇਵ ਕਰ ਦੇਣ ਇਸ ਕਰਕੇ ਕਿ ਛੋਟਾ ਉਹ ਤੇ ਉਹਦੀ ਹੁਣ ਪਤਾ ਨਹੀਂ ਉਮਰ ਕਿੰਨੀ ਆ। ਸੋ ਜੇ ਹੁਣ ਬਹੁਤਾ ਛੋਟਾ ਆ ਉਹਦੀ ਉਮਰ ਅੰਡਰ 14 ਆ ਫਿਰ ਹੋਰ ਸਿਚੁਏਸ਼ਨ ਆ। ਤੇ ਇਹਦੇ ਵਿੱਚ ਤੁਸੀਂ ਚਾਹੇ ਡਿਟੇਲ 'ਚ ਕਰਨ ਬਾਰੇ ਮੈਨੂੰ ਈਮੇਲ ਕਰ ਦਿਓ jpsinghattorney@gmail ਤੇ। ਉਦੋਂ ਬਾਅਦ ਜੀ ਇੱਕ ਹੋਰ ਸਵਾਲ ਨਾ ਕਿ ਸਾਡਾ ਕੇਸ 2013 ਵਿੱਚ F4 ਕੈਟੇਗਰੀ 'ਚ ਅਪਲਾਈ ਹੋਇਆ, ਸਾਨੂੰ ਜਿਹੜਾ ਲੈਟਰ ਨੋਟਿਸ ਆਫ ਐਕਸ਼ਨ ਦਾ ਆ ਗਿਆ ਤੇ ਅਪਰੂਵਲ ਅਜੇ ਨਹੀਂ ਆਈ ਤੇ ਇਸ ਕਰਕੇ ਅਸੀਂ ਸਟੱਡੀ ਜਿਹੜੀ ਹੈਗੀ ਆ ਉਹ ਸਾਡੇ ਬੱਚੇ ਕਰ ਰਹੇ ਆ, ਬੱਚਿਆਂ ਦੀ ਮੈਰਿਜ ਕਰ ਸਕਦੇ ਆ ਕਿ ਨਹੀਂ? ਦੇਖੋ ਇਸ ਤਰ੍ਹਾਂ ਕਿ F4 ਕੈਟੇਗਰੀ ਜਿਹੜੀ ਹੈ ਇਹ 'ਚ ਭਰਾ ਭੈਣ ਨੇ ਅਪਲਾਈ ਕੀਤਾ, ਜੇ 2013 'ਚ ਅਪਲਾਈ ਕੀਤਾ ਆ ਇਹਨੂੰ ਟਾਈਮ ਲੱਗੇ ਕਿਉਂਕਿ ਜੇ ਤਾਂ 2005 ਚੱਲ ਰਿਹਾ। ਸੋ 13 ਨੂੰ ਕਾਫੀ ਟਾਈਮ ਲੱਗੇਗਾ, 5-6 ਸਾਲ ਲੱਗਣਗੇ, ਜ਼ਿਆਦਾ ਵੀ ਲੱਗ ਸਕਦੇ ਆ। ਤੇ ਇਹਦੇ 'ਚ ਬੇਸਿਕਲੀ ਇਹ ਆ ਵੀ ਜੇ ਤੁਸੀਂ ਆਪਣੇ ਬੱਚਿਆਂ ਦਾ ਵਿਆਹ ਕਰ ਦਿੰਦੇ ਹੋ ਤਾਂ ਬੱਚੇ ਨਹੀਂ ਆ ਸਕਦੇ। ਬੱਚੇ ਸਿਰਫ ਅਨਮੈਰਿਡ ਚਾਹੀਦੇ ਆ, ਅੰਡਰ 21 ਚਾਹੀਦੇ ਆ। ਓਵਰ 21 ਕਵਰ ਹੁੰਦੇ ਆ ਜੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਕਵਰ ਕਰਦਾ। ਸੋ ਇਹ ਸਿਚੁਏਸ਼ਨ ਦੇ ਵਿੱਚ ਉਹਨਾਂ ਦਾ ਜੇ ਵਿਆਹ ਹੋ ਗਿਆ ਫਿਰ ਨਾਲ ਨਹੀਂ ਆ ਸਕਣਗੇ, ਸੋ ਵਿਆਹ ਨਾ ਕਰੋ। ਇਹ ਤੋਂ ਬਾਅਦ ਹੋਰ ਸਵਾਲ ਹੈ ਜੀ ਕਿ ਸਰ ਸਾਡਾ F4 ਕੈਟੇਗਰੀ ਦਾ ਕੇਸ 2006 ਦਸੰਬਰ ਵਿੱਚ ਅਪਲਾਈ ਕੀਤਾ ਸੀ, ਕਿੰਨਾ ਟਾਈਮ ਲੱਗੂਗਾ? ਅਜੇ ਅਪ੍ਰੈਲ 5 2000 ਜਿਹੜਾ ਹੈਗਾ ਅਪ੍ਰੈਲ 15 2005 ਚੱਲ ਰਿਹਾ। ਸੋ ਜੇ 15 ਅਪ੍ਰੈਲ 2005 ਚੱਲ ਰਿਹਾ, 2006 'ਚ ਕੀਤਾ, ਇਹ ਸਾਲ ਹੋਰ ਲੱਗਣਾ ਚਾਹੀਦਾ ਘੱਟੋ ਘੱਟ। ਇਸ ਤੋਂ ਇਲਾਵਾ ਜੀ ਅਗਲਾ ਉਹਨਾਂ ਨੇ ਕਿਹਾ ਕਿ ਮੇਰਾ ਕੇਸ ਜਿਹੜਾ I-130 ਪ੍ਰੋਸੈਸ ਅਕਤੂਬਰ ਤੋਂ ਬਾਅਦ ਕੋਈ ਰਿਪਲਾਈ ਨਹੀਂ ਆਇਆ ਇਮੀਗ੍ਰੇਸ਼ਨ ਦਾ, ਦੱਸਿਓ ਵੀ ਕਿੰਨਾ ਟਾਈਮ ਲੱਗੂ? 2 ਸਾਲ ਤਕਰੀਬਨ ਹੋ ਗਏ। ਦੇਖੋ ਇਸ ਤਰ੍ਹਾਂ ਜੇ I-130 ਤੁਹਾਡਾ ਅਪਲਾਈ ਕੀਤਾ, ਜੇ ਤਾਂ ਗ੍ਰੀਨ ਕਾਰਡ ਹੋਲਡਰ ਨੇ ਕੀਤਾ ਹੈ ਉਹ ਵੀ ਕਰੰਟ ਆ, ਜਿਹੜਾ ਸਿਟੀਜ਼ਨ ਦਾ ਸਪਾਊਸ ਆ ਉਹ ਵੀ ਕਰੰਟ ਆ। ਸੋ ਜਿਹਨੇ ਵੀ ਅਪਲਾਈ ਕੀਤਾ ਲੇਕਿਨ ਜਿਹੜਾ ਗ੍ਰੀਨ ਕਾਰਡ 'ਤੇ ਪਹਿਲਾਂ ਬੈਨ ਸੀ ਉਹਦੇ ਕਰਕੇ ਡਿਲੇ ਸੀਗੀ। ਪਰ ਹੁਣ ਤੁਸੀਂ ਜੇ ਨਹੀਂ ਕੋਈ ਅਪਰੂਵਲ ਆਈ ਤੁਸੀਂ ਕੰਟੈਕਟ ਕਰੋ ਇਮੀਗ੍ਰੇਸ਼ਨ, ਉਹਨਾਂ ਨੂੰ ਈਮੇਲ ਕਰੋ ਜਾਂ ਜਿੱਥੋਂ ਲੈਟਰ ਆਇਆ ਉਹਨਾਂ ਨਾਲ ਤੁਸੀਂ ਸੰਪਰਕ ਕਰੋ। ਜੇ ਤੁਹਾਡਾ ਕੋਈ ਵਕੀਲ ਆ ਉਹਨੂੰ ਕੋ ਕਰੇ, ਨਹੀਂ ਫਿਰ ਤੁਸੀਂ ਮਤਲਬ ਸਾਨੂੰ ਭੇਜ ਸਕਦੇ ਹੋ, ਅਸੀਂ ਪਤਾ ਕਰ ਦਾਂਗੇ। ਪਤਾ ਕਰਨਾ ਬਣਦਾ ਇਹਦੇ 'ਚ। ਤੇ ਇੱਕ ਹੋਰ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਆਈ ਅਪਲਾਈਡ ਫॉर ਮਾਈ ਹਸਬੈਂਡ on 22 ਫਰਵਰੀ 2019, I am a USA green card holder, our case was approved in December 2019 ਤੇ ਡਾਕੂਮੈਂਟ ਸਾਰੇ ਕੰਪਲੀਟ ਹੋ ਗਏ ਸੀਗੇ ਸਤੰਬਰ 2020 'ਚ ਤੇ ਅਸੀਂ ਵੇਟ ਕਰ ਰਹੇ ਹਾਂ NVC ਤੋਂ। ਵੀ ਰਿਸੀਵਡ ਐਨ ਈਮੇਲ ਫਰੋਮ NVC on 5 ਮਾਰਚ 21 ਸਟੇਟਿੰਗ ਦੈਟ ਦੇ ਨੋ ਵੀ ਆਰ ਵੇਟਿੰਗ ਐਂਡ ਕੈਰੀ ਔਨ ਵੇਟਿੰਗ ਤੇ ਇਫ ਵੀ ਹੈਵਨਟ ਹਰਡ ਐਨੀਥਿੰਗ ਫਰੋਮ ਦੈਮ ਵਿਦਨ 120 ਡੇਜ਼ ਦੇ ਵਿਲ ਰੀਚ ਆਊਟ ਟੂ ਅਸ। ਤੇ ਉਹ ਇਹ ਕਹਿ ਰਹੇ ਨੇ ਕਿ ਜਿਹੜੀ ਉੱਥੇ
ਅੰਬੈਸੀ ਹੈਗੀ ਮੁੰਬਈ ਦੇ ਵਿੱਚ ਕੀ ਉਹ ਇੰਟਰਵਿਊ ਸਕੈਜੂਲ ਕਰ ਰਹੀ ਹੈ ਕਿ ਨਹੀਂ ਕਰ ਰਹੀ, ਜੇ ਕਰ ਰਹੀ ਹੈ ਤਾਂ ਕਿਹੜੀਆਂ ਡੇਟਾਂ 'ਤੇ ਕੰਮ ਕਰ ਰਹੇ ਨੇ, ਇਹ ਸਵਾਲ ਆ। ਦੇਖੋ ਇਸ ਤਰ੍ਹਾਂ ਜੀ ਕਿ ਇਸ ਕੈਟਾਗਰੀ ਦੇ ਪਹਿਲਾਂ ਤੁਹਾਨੂੰ ਪਤਾ ਹੀ ਆ ਕਿ ਬੈਨ ਲੱਗਿਆ ਸੀ, ਉਹ ਬੈਨ ਖੁੱਲ੍ਹਿਆ ਫਰਵਰੀ 'ਚ 2021 'ਚ, ਅਤੇ ਤੁਸੀਂ ਅਪਲਾਈ ਕੀਤਾ ਅਤੇ ਉਸ ਤੋਂ ਬਾਅਦ ਉਹਦੀ ਅਪਰੂਵਲ ਆ ਗਈ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ 120 ਦਿਨ ਵੇਟ ਕਰੋ। ਉਹ ਇਸ ਕਰਕੇ ਕਿਹਾ ਕਿਉਂਕਿ ਉਹਨਾਂ ਕੋਲ ਕਾਫੀ ਜ਼ਿਆਦਾ ਬੈਕਲੌਗ ਸੀਗਾ, ਅਤੇ ਜਿਹੜੀ ਆਪਣਾ ਸਾਰਿਆਂ ਤੋਂ ਪਹਿਲਾਂ ਜਿਹੜੀ ਉਹ ਇੰਟਰਵਿਊਜ਼ ਕਰ ਰਹੇ ਆ ਉਹ US ਸਿਟੀਜ਼ਨ ਦੇ ਹਸਬੈਂਡ ਵਾਈਫ ਦੀਆਂ ਕਰ ਰਹੇ ਆ, ਅਤੇ ਹੁਣ ਉੱਥੇ ਫੇਰ ਤੁਹਾਨੂੰ ਪਤਾ ਕੀ ਕੰਡੀਸ਼ਨ ਆ, ਐਮਬੈਸੀ ਬੰਦ ਆ, ਅਤੇ ਉਹਨਾਂ ਨੇ ਸਾਰੀਆਂ ਇੰਟਰਵਿਊਜ਼ ਜਿਹੜੀਆਂ ਹੈਗੀਆਂ April ਅਤੇ May ਦੀਆਂ ਉਹ ਰੀਸਕੈਜੂਲ ਕਰਤੀਆਂ ਨੇ, ਅਤੇ ਇੰਟਰਵਿਊਜ਼ ਨਹੀਂ ਕਰ ਰਹੇ, ਸਿਰਫ ਐਮਰਜੈਂਸੀ ਗੱਲਾਂ ਲਈ ਓਪਨ ਨੇ, ਪਰ ਇੰਟਰਵਿਊਜ਼ ਉਹਨਾਂ ਨੇ ਸਾਰੀਆਂ ਅੱਗੇ ਕੀਤੀਆਂ। ਸੋ ਹੁਣ ਉਹਨਾਂ ਨਾਲ ਤੁਸੀਂ ਜਿਹੜਾ ਕੰਟੈਕਟ ਕਰੋ, ਇਹ ਨਹੀਂ ਦੱਸ ਸਕਦੇ ਵੀ ਕਦੋਂ ਇੰਟਰਵਿਊ ਆਏਗੀ, ਕਿਉਂਕਿ ਹੋ ਸਕਦਾ ਇਹਨੂੰ ਜ਼ਿਆਦਾ ਟਾਈਮ ਵੀ ਲੱਗ ਸਕਦਾ, ਪਰ ਹੁਣ ਇਸ ਟਾਈਮ 'ਤੇ ਇਸ ਕੈਟਾਗਰੀ 'ਤੇ ਕੋਈ ਬੈਨ ਨਹੀਂ ਹੈਗਾ, ਸੋ ਇੰਟਰਵਿਊ ਦੇ ਸਕਦੇ ਆ। ਸੋ ਤੁਸੀਂ ਉਹਨਾਂ ਨਾਲ ਹੀ ਕੰਟੈਕਟ ਕਰੋ, ਤੁਹਾਨੂੰ ਵੈਸੇ ਜਿਹੜੇ ਦੱਸਣਗੇ ਵੀ ਕਦੋਂ ਤੱਕ ਉਹ ਤੁਹਾਨੂੰ ਇੰਟਰਵਿਊ 'ਤੇ ਬੁਲਾ ਸਕਦੇ ਆ। ਅਤੇ ਬਾਕੀ ਜਿਹੜੀ ਸਿਚੁਏਸ਼ਨ ਹੈਗੀ ਇੰਡੀਆ ਤੁਹਾਨੂੰ ਪਤਾ ਕਿੱਦਾਂ ਦੀ ਆ, ਉਹ ਵੀ ਜਦੋਂ ਇੰਪਰੂਵ ਹੋਏਗੀ ਉਸ ਤੋਂ ਬਾਅਦ ਹੀ ਇੰਟਰਵਿਊ ਆਏਗੀ, ਪਰ ਐਜ਼ ਫਾਰ ਐਜ਼ ਇੱਥੋਂ ਜਿਹੜਾ ਹੈਗਾ ਸਿਚੁਏਸ਼ਨ ਆ, ਉਹ ਕੋਈ ਬੈਨ ਨਾ ਹੋਣ ਕਰਕੇ ਇੰਟਰਵਿਊ ਜਦੋਂ ਮਰਜ਼ੀ ਆ ਸਕਦੀ ਆ, ਪਰ ਤੁਹਾਨੂੰ ਐਮਬੈਸੀ ਨਾਲ ਕੰਟੈਕਟ ਕਰਨਾ ਪਏਗਾ। ਇਹ ਤੋਂ ਇਲਾਵਾ ਇੱਕ ਹੋਰ ਕੇਸ ਹੈ ਜੀ, ਉਹ ਕਹਿੰਦੇ ਕਿ ਅਸੀਂ I-751 ਸਪਟੈਂਬਰ 2020 'ਚ ਅਪਲਾਈ ਕੀਤਾ ਸੀ ਅਤੇ ਕਿੰਨਾ ਟਾਈਮ ਲੱਗੂਗਾ, ਅਤੇ ਮੇਰੇ ਉੱਤੇ ਡੋਮੈਸਟਿਕ ਵਾਇਲੈਂਸ ਹੈ ਅਤੇ ਇਸ ਦਾ ਕੋਈ ਅਸਰ ਪਊਗਾ। ਦੇਖੋ ਇਸ ਤਰ੍ਹਾਂ ਕਿ ਤੁਸੀਂ ਕੰਡੀਸ਼ਨ ਰਿਮੂਵਲ ਦਾ ਅਪਲਾਈ ਕੀਤਾ, ਜਿਵੇਂ 2 ਸਾਲ ਦਾ ਗ੍ਰੀਨ ਕਾਰਡ ਮਿਲਿਆ, ਵਿਆਹ ਤੇ ਉਹਨੂੰ ਵਧਾਉਣ ਵਾਸਤੇ I-751 ਕੀਤਾ, ਇਹਨੂੰ ਅੱਜ ਕੱਲ੍ਹ ਟਾਈਮ ਲੱਗ ਰਿਹਾ ਸਾਲ ਤੋਂ 1.5 ਸਾਲ 2 ਸਾਲ ਵੀ ਲੱਗ ਰਹੇ ਆ, ਅਤੇ ਉਸ ਹਿਸਾਬ ਨਾਲ ਟਾਈਮ ਲੱਗੇਗਾ। ਪਰ ਜੇ ਡੋਮੈਸਟਿਕ ਵਾਇਲੈਂਸ ਕੀਤਾ ਹੈ, ਇਹਦਾ ਮਤਲਬ ਜੇ ਤੁਸੀਂ ਇਕੱਠੇ ਰਹਿ ਰਹੇ ਹੋ ਹਸਬੈਂਡ ਵਾਈਫ, ਫਿਰ ਤਾਂ ਇੰਨਾ ਅਸਰ ਨਹੀਂ ਪੈਣਾ, ਪਰ ਜੇ ਉੱਤੇ ਕੋਈ ਸਜ਼ਾ ਤੁਹਾਨੂੰ ਹੋਈ ਹੈ ਉਹਦਾ ਜ਼ਰੂਰ ਪਏਗਾ, ਕਿਉਂਕਿ ਜੇ ਫੈਲਨੀ ਵਗੈਰਾ ਲੱਗ ਜੇ ਤਾਂ ਫਿਰ ਉਹ ਇਮੀਗ੍ਰੇਸ਼ਨ ਤੁਹਾਨੂੰ ਜਿਹੜਾ ਗਾਂਹ ਗ੍ਰੀਨ ਕਾਰਡ ਉੱਤੇ ਰੁਕਾਵਟ ਪੈਦਾ ਹੋ ਸਕਦੀ ਆ। ਪਰ ਜੇ ਉੱਤੇ ਕੋਈ ਇੰਨੇ ਸੀਰੀਅਸ ਚਾਰਜਸ ਨਹੀਂ ਲੱਗੇ ਅਤੇ ਫਿਰ ਤੁਹਾਨੂੰ ਉਹਦੇ ਬਾਰੇ ਪੁੱਛਣਗੇ ਜ਼ਰੂਰ, ਕਿਉਂਕਿ ਫਿੰਗਰਪ੍ਰਿੰਟਿੰਗ 'ਚ ਆਏਗਾ ਉਹ, ਅਤੇ ਉਹਦੇ ਬਾਰੇ ਤੁਹਾਨੂੰ ਜਵਾਬ ਵੀ ਦੇਣਾ ਪਏਗਾ। ਪਰ ਤੁਸੀਂ ਜੇ ਹੁਣ ਹਸਬੈਂਡ ਵਾਈਫ ਇਕੱਠੇ ਰਹਿ ਰਹੇ ਹੋ, ਰੀਕਨਸਾਈਲ ਕਰ ਲਿਆ ਤੁਸੀਂ, ਫਿਰ ਇਹ ਗੱਲ ਦਾ ਕੋਈ ਇੰਨਾ ਜ਼ਿਆਦਾ ਅਸਰ ਨਹੀਂ ਪੈਣਾ ਚਾਹੀਦਾ, ਪਰ ਪੁੱਛਣਗੇ ਜ਼ਰੂਰ ਤੁਹਾਨੂੰ ਇਹਦੇ ਬਾਰੇ। ਅਤੇ ਇੱਕ ਹੋਰ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਅਸੀਂ US ਸਿਟੀਜ਼ਨ ਹੈ ਫॉर द ਲਾਸਟ 5 years, ਅਤੇ ਅਸੀਂ F4 ਕੈਟਾਗਰੀ 'ਤੇ ਅਪਲਾਈ ਕਰਨਾ ਚਾਹੁੰਦੇ ਹਾਂ ਆਪਣੇ ਭਰਾ ਭੈਣ ਦਾ, ਅਤੇ ਉਹ ਕਿਸੇ ਹੋਰ ਕੰਟਰੀ 'ਚ ਰਹਿ ਰਹੇ ਨੇ, ਅਤੇ ਇਹ ਉਹਨਾਂ ਕੋਲ ਇੰਡੀਅਨ ਪਾਸਪੋਰਟ ਆ, ਕਿੰਨਾ ਟਾਈਮ। ਦੇਖੋ F4 ਕੈਟਾਗਰੀ ਨੂੰ ਮੈਂ ਹੁਣੇ ਦੱਸ ਕੇ ਹਟਿਆ ਵੀ ਉੱਥੇ ਅਪ੍ਰੈਲ 15 2005 ਚੱਲ ਰਿਹਾ, ਇੰਨਾ ਟਾਈਮ ਹੀ ਲੱਗੂਗਾ ਕਿ ਚਾਹੇ ਕਿਤੇ ਰਹਿ ਰਹੇ ਆ, ਪਰ ਜਿਹਨਾਂ ਕੋਲ ਇੰਡੀਅਨ ਪਾਸਪੋਰਟ ਆ ਤਾਂ ਉਹਦੇ ਮੁਤਾਬਕ ਹੋ ਸਕਦਾ ਇੰਡੀਆ ਸਕੈਜੂਲ ਕਰ ਦੇਣ। ਪਰ ਬਾਕੀਆਂ ਕੰਟਰੀਆਂ ਦੇ ਵਿੱਚ ਵੀ ਕੋਈ ਬਹੁਤ ਜ਼ਿਆਦਾ ਇਹਦੇ 'ਚ ਢਿੱਲ ਨਹੀਂ ਹੈਗੀ, ਵੀ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਆ, ਸਾਲ 2 ਸਾਲ ਦਾ ਫਰਕ ਆ, ਅਤੇ ਇਸ ਕਰਕੇ ਟਾਈਮ ਤਾਂ ਲੱਗੇਗਾ ਇਹਨੂੰ, ਜੇ ਕਰੋਗੇ 15 ਸਾਲ ਲੱਗ ਸਕਦੇ ਆ। ਅਤੇ ਇਸ ਤੋਂ ਬਾਅਦ ਇੱਕ ਹੋਰ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਸਾਡੀ ਅਪਰੂਵਲ 5 ਮਈ 2007 ਨੂੰ ਜਿਹੜੀ ਹੈਗੀ ਆ ਕੇਸ ਕੀਤਾ ਸੀ, ਅਪਰੂਵਲ ਆ ਗਈ ਸੀ 2009 'ਚ, ਅਤੇ ਹੁਣ ਮੇਰੀ ਉਮਰ 22 ਸਾਲ ਦੀ ਹੈਗੀ ਆ, ਅਤੇ ਜਦੋਂ ਇਹ ਕਰੰਟ ਹੁੰਦਾ ਤਾਂ ਮੈਂ CSPA ਥੱਲੇ ਆਊਂ। ਦੇਖੋ CSPA ਦਾ ਇਹ ਡਿਪੈਂਡ ਕਰਦਾ ਕਿ ਤੁਹਾਡਾ, ਜੇ ਮੈਂ ਦੱਸ ਕੇ ਹਟਿਆ ਕੈਲਕੂਲੇਸ਼ਨ, ਜਦੋਂ ਅਪਰੂਵਲ ਆਈ ਆ ਅਤੇ ਜਦੋਂ ਅਪਲਾਈ ਕੀਤਾ ਜਿਹੜੀ ਅਪਰੂਵਲ ਆ ਉਹ ਟਾਈਮ ਕੀ ਆ, ਜਦੋਂ ਤੁਹਾਡੀ ਡੇਟ ਕਰੰਟ ਹੁੰਦੀ ਪ੍ਰਾਇਓਰਟੀ ਦੀ ਉਹ ਕੀ ਆ। ਸੋ ਜਦੋਂ ਤੁਹਾਡੀ ਪ੍ਰਾਇਓਰਟੀ ਡੇਟ ਕਰੰਟ ਹੋਣੀ ਆ ਉਸ ਟਾਈਮ 'ਤੇ ਫੈਸਲਾ ਹੋਣਾ, ਅਤੇ ਉਹ ਜਿਹੜਾ ਅਪਰੂਵਲ ਦਾ ਅਤੇ ਅਪਲਾਈ ਕਰਨ ਦਾ ਟਾਈਮ ਉਹ 'ਚੋਂ ਕੱਢਿਆ ਜਾਣਾ। ਜੇ ਉਦੋਂ ਤੁਹਾਡੀ ਉਮਰ ਜਿਹੜੀ ਆ ਉਹ 21 ਤੋਂ ਘੱਟ ਹੋ ਗਈ ਟਾਈਮ ਕੱਢਣਾ, ਫਿਰ ਤੁਸੀਂ ਆ ਸਕਦੇ ਹੋ, ਅਦਰਵਾਈਜ਼ ਨਹੀਂ ਆ ਸਕਦੇ। ਅਤੇ ਇੱਕ ਹੋਰ ਹੈ ਜੀ ਕੇਸ, ਉਹਨਾਂ ਨੇ ਕਿਹਾ ਸਰ ਸਾਡਾ ਅਸੀਂ ਜਿਹੜਾ ਹੈਗਾ 15 ਮਾਰਚ 2006 ਨੂੰ ਅਪਲਾਈ ਕੀਤਾ F4 'ਚ, ਅਪਰੂਵਲ ਲੈਟਰ ਜਿਹੜੀ 2010 'ਚ ਆਈ ਆ, ਅਤੇ ਜਿਹੜੇ ਬੱਚੇ ਨੇ ਉਹਨਾਂ ਦੀ ਉਮਰ ਜਿਹੜੀ ਆ ਉਹ ਮਤਲਬ ਹੁਣ ਪਹਿਲਾਂ 17 ਸੀ, ਹੁਣ 27 ਆ, ਉਹ ਆ ਸਕਦੇ ਆ ਕਿ ਨਹੀਂ। ਇਹ ਜੀ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਦੀ ਜਿਹੜੀ ਕੈਟਾਗਰੀ ਦੇਖਣਾ ਪੈਣਾ, ਜਦੋਂ ਵੀ ਤੁਹਾਡੀ ਡੇਟ ਜਿਹੜੀ 15 ਮਾਰਚ 2006 ਨੂੰ ਕਰੰਟ ਹੋਊਗੀ, ਜਦੋਂ ਵੀ ਉਹ ਆਊਗੀ ਉਸ ਟਾਈਮ ਦੇਖਣਾ ਪੈਣਾ ਵੀ ਤੁਸੀਂ ਉਹਦੇ ਅੰਡਰ ਕੈਲਕੂਲੇਸ਼ਨ ਦੇ ਆਉਂਦੇ ਆ ਕਿ ਨਹੀਂ ਆਉਂਦੇ, ਉਦੋਂ ਆਪਾਂ ਦੱਸ ਸਕਾਂਗੇ। ਅਤੇ ਉਸ ਤੋਂ ਬਾਅਦ ਹੋਰ ਹੈ ਜੀ, ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਪ੍ਰਾਇਓਰਟੀ ਡੇਟ ਹੈਗੀ ਆ ਉਹ ਹੈਗੀ 2006 ਦੀ, ਅਤੇ ਕਦੋਂ ਤੱਕ ਵਾਰੀ ਆਊਗੀ F4 'ਚ 6 ਦੀ ਹੈਗੀ, ਜੇ 2005 ਚੱਲ ਰਿਹਾ, ਅਤੇ April 15 2005 'ਤੇ ਇਹਨੂੰ ਅਜੇ ਸਾਲ ਲੱਗ ਸਕਦਾ ਜੀ ਹੋਰ ਘੱਟੋ ਘੱਟ। ਅਤੇ ਇੱਕ ਹੋਰ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਸਾਡੇ ਸਿਸਟਰ ਨੇ ਅਪਲਾਈ ਕੀਤਾ F4 ਦਾ 2008 'ਚ, ਅਸੀਂ ਐਡਰੈਸ ਚੇਂਜ ਕਰਾਉਣਾ ਚਾਹੁੰਦੇ, ਕਿਵੇਂ ਕਰ ਸਕਦੇ ਹਾਂ। ਤੁਹਾਨੂੰ ਜਿਹੜਾ ਲੈਟਰ ਉੱਥੋਂ ਆਇਆ ਇਮੀਗ੍ਰੇਸ਼ਨ ਤੋਂ ਜਾਂ ਅਪਰੂਵਲ ਆਈ ਆ, ਉਹਦੇ ਉੱਤੇ ਜਿਹੜਾ ਐਡਰੈਸ ਹੈ ਇਮੀਗ੍ਰੇਸ਼ਨ ਦਾ, ਉਹ ਤੁਸੀਂ ਆਪਣਾ ਐਡਰੈਸ ਚੇਂਜ ਕਰਾ ਸਕਦੇ ਹੋ, AR11 ਫਾਰਮ ਭਰ ਸਕਦੇ ਹੋ, ਜਾਂ ਤੁਸੀਂ ਇਮੀਗ੍ਰੇਸ਼ਨ ਨੂੰ ਲੈਟਰ ਲਿਖ ਸਕਦੇ ਹੋ, ਅਤੇ ਉਹ 'ਚੋਂ ਐਡਰੈਸ ਚੇਂਜ ਕਰ ਦਿੰਦੇ ਆ। ਅਤੇ ਬਾਕੀ ਫੋਲੋ ਅਪ ਕਰਨਾ ਪੈਣਾ, ਉਹਨਾਂ ਨੂੰ ਫੋਨ ਕਰਕੇ ਫੋਲੋ ਕਰੋ ਵੀ ਉਹਨਾਂ ਨੇ ਕਰਤਾ, ਅਤੇ ਉੱਤੇ ਹੋ ਸਕਦਾ।
ਤੇ ਸਰ F4 ਕੈਟਾਗਰੀ 2007 ਵਿੱਚ ਅਪਲਾਈ ਕੀਤਾ ਹੋਇਆ ਤੇ ਸਾਡੇ ਕੋਲੇ ਕੋਈ ਪ੍ਰੂਫ ਨਹੀਂ, ਕੀ ਕਰੀਏ। ਦੇਖੋ ਜੇ ਅਪਲਾਈ ਕੀਤਾ ਤੁਹਾਨੂੰ ਇਮੀਗ੍ਰੇਸ਼ਨ ਨੂੰ ਕਾਲ ਕਰਨਾ ਚਾਹੀਦਾ, ਜੇ ਤੁਹਾਡੇ ਕੋਲ ਲੈਟਰ ਹੀ ਕੋਈ ਨਹੀਂ ਤਾਂ ਉਹਦੇ 'ਚ ਇਹ ਜਿਹੜਾ ਕੱਲ੍ਹ ਨੂੰ ਇਸ ਗੱਲ ਦਾ ਚੱਕਰ ਪੈ ਸਕਦਾ ਕਿ ਤੁਸੀਂ ਕਦੋਂ ਅਪਲਾਈ ਕੀਤਾ, ਕਦੋਂ ਅਪਰੂਵਲ ਆਈ, ਕਿਤੇ ਡਿਨਾਈ ਤਾਂ ਨਹੀਂ ਹੋ ਗਿਆ। ਸੋ ਇਮੀਗ੍ਰੇਸ਼ਨ ਨਾਲ ਕਾਲ ਕਰਕੇ ਤੁਸੀਂ ਉਹਨਾਂ ਕੋਲ ਲੈਟਰ ਮੰਗਾਓ, ਜਾਂ ਤੁਸੀਂ ਉਹਨਾਂ ਨੂੰ ਕੋਲ ਦੁਬਾਰਾ ਰੀਇਸ਼ੂ ਕਰਨ ਨੂੰ ਜਿਹੜੀ ਕਿ ਰਸੀਦ ਜਾਂ ਅਪਰੂਵਲ ਆ ਉਹਦਾ ਇੱਕ ਫਾਰਮ ਭਰਨਾ ਪੈਂਦਾ ਰੀਇਸ਼ੂ ਕਰਨ ਵਾਸਤੇ, ਫਿਰ ਉਹ ਰੀਇਸ਼ੂ ਕਰ ਦਿੰਦੇ ਆ, ਉਹ ਕਰਾਉਣਾ ਬਹੁਤ ਜ਼ਰੂਰੀ ਹੈ। ਤੇ ਇੱਕ ਹੋਰ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਜਿਹੜੀ ਸਰਕਾਰ ਹੈਗੀ ਆ ਇਹ ਸਿਰਫ ਜਿਹੜੇ ਬੰਦੇ ਇੱਥੇ ਇਲੀਗਲੀ ਆਉਂਦੇ ਉਹਨਾਂ ਬਾਰੇ ਹੀ ਸੋਚ ਰਹੀ ਆ, ਜਿਹੜੇ ਲੀਗਲੀ ਆਏ ਆ ਉਹਨਾਂ ਬਾਰੇ ਨਹੀਂ ਸੋਚਦੀ। ਤੇ ਇਹਦੇ ਬਾਰੇ ਜਿਹੜਾ ਹੈਗਾ ਤੁਸੀਂ ਆਪਣਾ ਜਿਹੜਾ ਜੋ ਵੀ ਓਪੀਨੀਅਨ ਦੱਸੋ। ਦੇਖੋ ਇਸ ਤਰ੍ਹਾਂ ਜੀ ਕਿ ਜਿਹੜੀ ਗੌਰਮੈਂਟ ਆ ਉਹਦੇ ਕੋਲ ਦੋਨਾਂ ਦੀਆਂ ਹੀ ਜਿਹੜੀਆਂ ਹੈਗੀਆਂ ਉਹ ਸਮੱਸਿਆਵਾਂ ਨੇ, ਜਿਹੜੇ ਇਲੀਗਲ ਆਏ ਉਹ ਵੀ, ਜਿਹੜੇ ਲੀਗਲ ਆਏ ਉਹ ਵੀ। ਹੁਣ ਜਿਹੜਾ ਇਹਨਾਂ ਨੇ ਬਿੱਲ ਰੱਖਿਆ ਅੱਗੇ, ਜਿਹੜਾ ਕਿ ਹਾਊਸ ਤੇ ਸੈਨੇਟ ਦੇ ਵਿੱਚ ਪੇਸ਼ ਹੋਇਆ, ਜਿਹਨੂੰ ਆਪਾਂ ਕਹਿੰਦੇ ਆ ਸਿਟੀਜ਼ਨਸ਼ਿਪ ਐਕਟ ਆਫ 2021, ਉਹਦੇ ਵਿੱਚ ਰੱਖਿਆ ਗਿਆ ਸੀ ਵੀ ਜਿਹੜੇ ਬੰਦਿਆਂ ਦਾ ਨੇ ਪਟੀਸ਼ਨਾਂ ਕੀਤੀਆਂ ਨੇ ਜਿਵੇਂ F4 ਕੈਟਾਗਰੀ ਜਾਂ F3 'ਚ 10 ਸਾਲ ਤੋਂ ਉੱਤੇ ਹੋ ਗਏ ਕੀਤੇ ਨੂੰ, ਉਹਨਾਂ ਨੂੰ ਇੱਥੇ ਆਉਣ ਦੀ ਪਰਮਿਸ਼ਨ ਦਿੱਤੀ ਜਾਵੇ ਤਾਂ ਕਿ ਇੱਥੇ ਰਹਿ ਕੇ ਉਹ ਕਰ ਸਕਣ ਆਪਣਾ ਉਹਦੀ ਵੇਟ। ਲੇਕਿਨ ਉਹ ਪਾਸ ਨਹੀਂ ਹੋਇਆ, ਕਿਉਂਕਿ ਪਾਸ ਜਿਹੜਾ ਕਰਨਾ ਉਹ ਤਾਂ ਹਾਊਸ ਤੇ ਸੈਨੇਟ ਨੇ ਕਰਨਾ। ਜਿਹੜੇ ਪਾਸ ਹੋਏ ਨੇ ਬਿੱਲ ਉਹ ਸਿਰਫ ਜਿਹੜੇ 18 ਸਾਲ ਤੋਂ ਘੱਟ ਬੱਚੇ ਆ ਉਹਨਾਂ ਨੂੰ ਸਟੇਟਸ ਦੇਣ ਲਈ ਤੇ ਜਿਹੜੇ ਐਗਰੀਕਲਚਰ ਵਰਕਰ ਆ ਉਹਨਾਂ ਨੂੰ ਦੇਣ ਲਈ ਹੋਇਆ। ਸੋ ਬਾਕੀ ਅਜੇ ਪਾਸ ਨਹੀਂ ਹੋਇਆ। ਸਰਕਾਰ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਆ। ਹੁਣ ਜਿਹੜਾ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਜਿਹੜੀਆਂ ਇਹਨਾਂ ਨੇ ਚੇਂਜਸ ਕੀਤੀਆਂ ਨੇ, ਇੱਕ ਤਾਂ ਜਿਹੜੀਆਂ ਕੀਤੀਆਂ ਬਾਇਓਮੈਟ੍ਰਿਕ ਦੇ ਵਿੱਚ ਵੀ ਫਿੰਗਰਪ੍ਰਿੰਟ ਅੰਡਰ 14 ਨਹੀਂ ਹੋਣਗੇ, ਜਾਂ ਜਿਹੜੇ H1 ਦੇ ਜਾਂ L1 ਦੇ ਸਪਾਊਸਿਸ ਦੇ ਨਹੀਂ ਹੋਣਗੇ। ਇੱਕ ਜਿਹੜੀ DNA ਰਿਕੁਆਇਰਮੈਂਟ ਆ ਉਹ ਨਹੀਂ ਹੋਊਗੀ ਹਰ ਕੇਸ 'ਚ। ਇਹ ਜਿਹੜੇ ਲੀਗਲ ਇਮੀਗ੍ਰੇਸ਼ਨ ਆ ਉਹਨਾਂ ਲਈ ਆ, ਇਹਦਾ ਇਲੀਗਲ ਇਮੀਗ੍ਰੇਸ਼ਨ ਨਾਲ ਕੋਈ ਸੰਬੰਧ ਨਹੀਂ। ਸੋ ਸਰਕਾਰ ਤਾਂ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਹਦੇ ਬਾਰੇ ਵੀ ਕਰ ਰਹੀ ਆ ਤੇ ਆਪਣੇ ਵੱਲੋਂ ਜੋ ਵੀ ਕਰ ਸਕਦੇ ਆ ਉਹ ਕਰ ਰਹੇ ਆ। ਪਰ ਹੁਣ ਇੱਥੇ ਪ੍ਰੋਬਲਮ ਇਹ ਹੁੰਦੀ ਵੀ ਇੱਥੇ ਕਾਨੂੰਨ ਜਿਹੜੇ ਬਣਦੇ ਨੇ ਉਹ ਇਕੱਲੀ ਸਰਕਾਰ ਨਹੀਂ ਬਣਾਉਂਦੀ, ਉਹ ਹਾਊਸ ਤੇ ਸੈਨੇਟ ਦੇ ਵਿੱਚੋਂ ਪਾਸ ਹੁੰਦੇ ਆ। ਤੇ ਜਿਹੜੀ ਹਾਊਸ ਤੇ ਸੈਨੇਟ ਆ ਉਹ ਜਿੰਨੀ ਦੇਰ ਪਾਸ ਨਹੀਂ ਕਰੂਗੀ ਲਾ ਨਹੀਂ ਬਣੂਗਾ, ਤੇ ਉੱਥੇ ਕੋਈ ਕਾਫੀ ਲੰਬਾ ਚੌੜਾ ਪ੍ਰੋਸੀਜਰ ਆ, ਉਹਨੂੰ ਟਾਈਮ ਲੱਗਦਾ। ਪਰ ਇਹ ਗੌਰਮੈਂਟ ਜਿਹੜੀ ਆ ਇਹ ਕਾਫੀ ਕੋਸ਼ਿਸ਼ ਕਰ ਰਹੀ ਆ ਆਪਣੇ ਵੱਲੋਂ, ਪਰ ਸਿਸਟਮ ਅਮਰੀਕਾ 'ਚ ਇੱਦਾਂ ਦਾ ਵੀ ਇੱਥੇ ਚੇਂਜਸ ਇੰਨੀ ਜਲਦੀ ਨਹੀਂ ਹੁੰਦੀਆਂ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ, ਤੇ ਇਹਦੇ ਨਾਲ ਹੀ ਸਮਾਂ ਹੋ ਗਿਆ ਤੁਹਾਡੇ ਤੋਂ ਹੁਣ ਆਗਿਆ ਲੈਣ ਦਾ। ਤੇ ਆਸ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ। ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਤੇ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮੱਚ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.